ਜਿਹਨੂੰ ਬੜੇ ਮਾਣ ਦੇ ਨਾਲ ਸੱਚ, ਹੱਕ ਤੇ ਇਨਸਾਫ ਦੀ ਆਵਾਜ਼ ਕਹਿਣਾ। ਇਹਦੇ ਵਿੱਚ ਮਹਿਮਾਨ ਵੀ ਉਹੀ ਲਿਆਈਦੇ ਨੇ ਕਿ ਜਿਹੜੇ ਬਗੈਰ ਮਤਲਬ ਗੁਣਗਾਨ ਕਰੀ ਜਾਣ, ਸੱਚ ਬੋਲਣ ਤੋਂ ਝਿਜਕਣ, ਕਿਉਂਕਿ ਇਸ ਪ੍ਰੋਗਰਾਮ ਦਾ ਸਿਧਾਂਤ ਵੀ ਇਹੀ ਹੈ, ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ। ਮੈਂ ਨਹੀਂ, ਗੁਰਬਾਣੀ ਕਹਿ ਰਹੀ ਹੈ, ਨਾ ਕਿਸੇ ਤੋਂ ਡਰਨਾ ਹੈ, ਨਾ ਕਿਸੇ ਨੂੰ ਡਰਾਉਣਾ ਹੈ, ਪਰ ਜਿਹੜਾ ਸੱਚ ਹੈ ਗੁਰਬਾਣੀ ਦਾ ਉਹ ਜ਼ਰੂਰ ਆਪਾਂ ਸਾਹਮਣੇ ਤੁਹਾਡੇ ਲੈ ਕੇ ਆਉਣਾ ਹੈ। ਤੇ ਇਹਦੇ ਵਿੱਚ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਉੱਘੇ ਹਿਸਟੋਰੀਅਨ ਮੇਰੇ ਨਾਲ ਨੇ। ਡਾਕਟਰ ਸਾਹਿਬ, ਗੱਲਬਾਤ ਕਰਾਂਗੇ ਸਾਡੀ ਧਾਰਮਿਕ ਸਥਿਤੀ ਦੀ। ਪਿਛਲੇ ਦਿਨੀ ਇੱਕ ਬੜਾ ਵੱਡਾ ਇਕੱਠ ਕਹਿੰਦੇ ਹੋਇਆ ਤੇ ਅੰਮ੍ਰਿਤਸਰ ਇਲਾਕੇ ਦੇ ਵਿੱਚ ਤਕਰੀਬਨ 3-4 ਲੱਖ ਲੋਕ ਇਕੱਠੇ ਹੋਏ ਜਿਹੜੇ ਈਸਾਈ ਸਨ। ਜੇ ਅੰਮ੍ਰਿਤਸਰ ਦੇ ਵਿੱਚ ਈਸਾਈ, ਕੱਲ ਵੀ ਮੈਂ ਗੱਲ ਕਰ ਰਿਹਾ ਸੀ, ਈਸਾਈ ਜਿਹੜੇ ਬਣੇ ਨੇ ਕਿਉਂਕਿ ਹਰੇਕ ਨੂੰ ਆਪਣਾ ਧਰਮ ਅਡਾਪਟ ਕਰਨ ਦੀ ਇਜਾਜ਼ਤ ਹੈ। ਕੋਈ ਵੀ ਧਰਮ ਹੋਵੇ, ਸਾਰੇ ਸਤਿਕਾਰਯੋਗ ਨੇ, ਭਾਵੇਂ ਕੋਈ ਵੀ ਧਰਮ ਹੈ, ਹਰੇਕ ਨੂੰ ਆਪਣਾ ਆਪਣਾ ਵਿਅਕਤੀ ਨੂੰ ਆਪਣਾ ਅਧਿਕਾਰ ਹੈ ਕਿ ਮੈਂ ਜਿਹੜੇ ਧਰਮ 'ਚ ਚਾਹਾਂ ਮੈਂ ਜਾ ਸਕਦਾ। ਦੂਸਰੇ ਪਾਸੇ ਅਜੇ 1 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੇ ਮੌਕੇ ਦੇ ਉੱਤੇ 4 ਦਿਨ ਪਹਿਲਾਂ ਇਹਨਾਂ ਨੇ ਬਗੈਰ ਕੈਲੰਡਰ ਤੋਂ ਆਪਣੀ ਮਰਜ਼ੀ ਦੇ ਨਾਲ ਜਿਹੜੇ ਫੁੱਲਾਂ ਦੀ ਸਜਾਵਟ ਕਰਾਈ, ਜਿੱਤੇ ਪਤਾ ਲੱਗਾ ਹੈ ਕਿ 4 ਕਰੋੜ ਰੁਪਈਆ ਤੋਂ ਵੱਧ ਦੇ ਫੁੱਲ ਨੇ ਜਿਹੜੇ 5 ਕਰੋੜ ਦੇ। ਤੇ 5-6 ਦਿਨਾਂ ਬਾਅਦ ਉਹੀ ਫੁੱਲ ਜਿਹੜੇ ਮਹਿਕ ਦੇ ਰਹੇ ਸੀ ਉਹ ਮੁਸ਼ਕ ਮਾਰਨ ਲੱਗ ਪਏ ਤੇ ਲਾ ਕੇ ਘਰ ਭੇਜ ਦੇ ਸਾਰੇ ਸੁੱਟੇ। ਸਿੱਖ ਕੌਮ ਕਿੱਧਰ ਨੂੰ ਜਾਵੇ? ਕਿਉਂਕਿ ਉਮੀਦ ਤਾਂ ਸੀ ਕਿ ਸਾਡੀਆਂ ਵੱਡੀਆਂ ਧਾਰਮਿਕ ਜਥੇਬੰਦੀਆਂ ਨੇ, ਭਾਵੇਂ ਉਹ ਦਿੱਲੀ ਕਮੇਟੀ ਹੈ, ਭਾਵੇਂ ਉਹ ਸ਼੍ਰੋਮਣੀ ਕਮੇਟੀ ਹੈ, ਕੁਝ ਨਾ ਕੁਝ ਇਹੋ ਜਿਹੇ ਕਾਰਜ ਕਰਦੀ ਜਿਹਦੇ ਨਾਲ ਸਿੱਖ ਨੇ, ਜਿਹੜੇ ਸਿੱਖਾਂ ਦੇ ਬੱਚੇ ਨੇ, ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਅੱਜ ਫਿਰ ਕਰ ਰਹੇ ਹਾਂ, ਕਿ ਉਹ ਹੋਰ ਧਰਮਾਂ ਵੱਲ ਨਾ ਜਾਣ। ਕਿਉਂਕਿ ਹੋਰ ਧਰਮਾਂ ਵਾਲੇ, ਭਾਵੇਂ ਉਹ ਡੇਰਾ ਬਿਆਸ ਵਾਲੇ ਨੇ, ਭਾਵੇਂ ਉਹ ਚਰਚ ਵਾਲੇ ਨੇ, ਉਹ ਸਾਡੇ ਬੱਚਿਆਂ ਨੂੰ ਬਕਾਇਦਾ ਹੈਲਪ ਕਰਦੇ ਆ, ਵਿਆਹ ਦੇ ਵਿੱਚ ਮਦਦ ਕਰਦੇ ਆ, ਫਾਈਨੈਂਸ਼ੀਅਲੀ ਮਦਦ ਕਰਦੇ ਆ, ਬੱਚਿਆਂ ਦੀ ਐਜੂਕੇਸ਼ਨ ਦੀ ਮਦਦ ਕਰਦੇ ਆ, ਇੱਥੋਂ ਤੱਕ ਕਿ ਹੈਲਥ ਦੀ ਮਦਦ ਕਰਦੇ ਆ। ਜਦੋਂ ਸਾਡੇ ਸਿੱਖਾਂ ਦੇ ਕੋਲ ਕੋਈ ਅੱਜ ਤੱਕ ਇਹੋ ਜਿਹਾ ਹਸਪਤਾਲ ਨਹੀਂ, ਕੋਈ ਇਹੋ ਜਿਹੀ ਯੂਨੀਵਰਸਿਟੀ ਨਹੀਂ ਜਿੱਥੇ ਫ੍ਰੀ ਪੜ੍ਹਾਈ ਕੀਤੀ ਜਾ ਸਕੇ, ਤੇ ਫਿਰ ਕੁਦਰਤੀ ਗੱਲ ਹੈ ਲੋਕਾਂ ਨੇ ਉਧਰਲੇ ਪਾਸੇ ਜਾਣਾ। ਧਾਰਮਿਕ ਸਥਿਤੀ ਕਿਹੋ ਜਿਹੀ ਹੈ ਜੀ ਉੱਥੇ ਦੀ? ਦੇਖੋ, ਮੈਂ ਇਹ ਗੱਲ ਆਲਰੇਡੀ ਕਿਸੇ ਚੈਨਲ ਤੇ ਕਹਿ ਚੁੱਕਿਆ, ਜਿਹੜੇ ਸਾਡੇ ਪ੍ਰਚਾਰਕ ਆ ਉਹ ਦਲੀਲ ਬੜੀ ਦਿੰਦੇ ਆ, ਬੜਾ ਜ਼ੋਰ ਲਾਉਂਦੇ ਆ ਪ੍ਰਚਾਰ ਦੇ ਲਈ, ਬੜਾ ਇਤਿਹਾਸ ਕੋਟ ਕਰਦੇ ਆ ਸਿੱਖਾਂ ਦਾ, ਇਸੇ ਤਰੀਕੇ ਨਾਲ ਬਾਣੀ ਵੀ ਕੋਟ ਕਰਦੇ ਆ, ਪਰ ਅਸਰ ਕਿਉਂ ਨਹੀਂ ਹੁੰਦਾ? ਇਹ ਕਦੇ ਐਨਾਲਾਈਜ਼ ਨਹੀਂ ਕੀਤਾ ਸਿੱਖਾਂ ਨੇ। ਅਸਰ ਇਸ ਕਰਕੇ ਨਹੀਂ ਹੁੰਦਾ, ਜਿਹੜਾ ਪ੍ਰਚਾਰਕ ਆ ਉਹਦਾ ਆਪਣਾ ਕਿਰਦਾਰ ਕੋਈ ਨਹੀਂ ਹੈ, ਉਹਦਾ ਕੋਈ ਆਪਣਾ ਕੈਰੈਕਟਰ ਨਹੀਂ ਹੈ, ਉਹ ਕੋਈ ਰੋਲ ਮਾਡਲ ਨਹੀਂ ਬਣਦਾ ਲੋਕਾਂ ਦੇ ਅੱਗੇ ਆ ਕੇ। ਉਹਦਾ ਆਪਣਾ ਜੀਵਨ, ਜੋ ਉਹ ਕਹਿ ਰਿਹਾ, ਜੋ ਪ੍ਰਚਾਰ ਕਰ ਰਿਹਾ, ਜੋ ਬਾਣੀ ਨੂੰ ਕੋਟ ਕਰ ਰਿਹਾ, ਜੋ ਸਿੱਖੀ ਦੇ ਇਤਿਹਾਸ ਨੂੰ ਕੋਟ ਕਰ ਰਿਹਾ, ਉਸ ਦੇ ਮੁਤਾਬਕ ਨਹੀਂ ਹੈ। ਉਹਦਾ ਜਿਹੜਾ ਆਪਣਾ ਜੀਵਨ ਹੈ ਉਹ ਗੜਕਿਆ ਹੋਇਆ ਜੀਵਨ ਹੈ, ਉਹ ਨਾਸ਼ ਹੋਇਆ ਹੋਇਆ ਜੀਵਨ ਹੈ, ਉਹ ਉਸ ਵਿਚਾਰਧਾਰਾ ਜਿਸ ਦਾ ਉਹ ਪ੍ਰਚਾਰ ਕਰ ਰਿਹਾ ਉਹਦੇ ਬਿਲਕੁਲ ਉਲਟ ਹੈ। ਕਦੇ ਅਸਰ ਨਹੀਂ ਹੋਏਗਾ ਇਸ ਗੱਲ ਦਾ। ਸਾਡੀ ਜਿਹੜਾ ਜੋ ਇਹ ਈਸਾਈ ਮਤ ਵੱਧ ਰਿਹਾ, ਤਾਂ ਉਸ ਦੇ ਵਿੱਚ ਸਾਡੇ ਪ੍ਰਚਾਰਕਾਂ ਦੀ ਫੇਲਰ ਆ ਟੋਟਲੀ 100%। ਤੋਂ ਇਸ ਕਰਕੇ ਜ਼ਰੂਰਤ ਹੈ ਕਿ ਗੁਰੂਆਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਪ੍ਰਚਾਰਕ ਜਿਹੜੇ ਆ ਉਹਨਾਂ ਨੂੰ ਪ੍ਰੋਫੈਸ਼ਨਲ 10,000 20,000 50,000 ਤਨਖਾਹ ਦੇ ਕੇ ਰੱਖੋ। ਹਰ ਸਿੱਖ ਦਾ ਫਰਜ਼ ਹੈ, ਹਰ ਸਿੱਖ ਪ੍ਰਚਾਰਕ ਹੋਣਾ ਚਾਹੀਦਾ ਸਿੱਖੀ ਦਾ। ਹਰ ਸਿੱਖ ਦਾ ਇਹ ਡਿਊਟੀ ਹੈ, ਇਹ ਮੋਰੈਲਿਟੀ ਹੈ, ਗੁਰੂ ਨੇ ਦਿੱਤਾ ਹੋਇਆ ਤੁਹਾਨੂੰ ਸੰਦੇਸ਼ ਹੈ। ਇਸੇ ਕਰਕੇ ਤਾਂ ਸਿੱਖਾਂ ਦੇ ਵਿੱਚ ਗੁਰੂ ਨੇ ਕੀ ਕਿਹਾ ਕਿ ਕੋਈ ਤੁਹਾਡੇ ਦੇ ਵਿੱਚ ਪ੍ਰੀਸਟਲੀ ਕਲਾਸ ਨਹੀਂ ਹੋਏਗੀ, ਸਿੱਖਾਂ ਦੇ ਵਿੱਚ ਪ੍ਰੀਸਟਲੀ ਕਲਾਸ ਅਲਾਉਡ ਨਹੀਂ ਹੈਗੀ। ਤਾਂ ਜੇ ਪ੍ਰੀਸਟਲੀ ਕਲਾਸ ਅਲਾਉਡ ਨਹੀਂ ਤਾਂ ਹਰ ਸਿੱਖ ਦਾ ਇੱਕ ਫਰਜ਼ ਬਣਦਾ, ਹਰ ਸਿੱਖ ਦੀ ਇੱਕ ਡਿਊਟੀ ਹੈ, ਹਰ ਸਿੱਖ ਦੀ ਇੱਕ ਓਬਲੀਗੇਸ਼ਨ ਹੈ ਟੂਵਰਡ ਸਿੱਖ ਗੁਰੂਸ, ਕਿ ਅਸੀਂ ਉਸ ਦੇ ਸਿਧਾਂਤ ਦੀ, ਉਸ ਦੇ ਵਿਚਾਰਧਾਰਾ ਨੂੰ ਲੋਕਾਂ ਕੋਲ ਲੈ ਕੇ ਜਾਈਏ, ਆਪਣਾ ਜੀਵਨ ਉੱਚਾ ਰੱਖੀਏ,
ताकि लोग साडे किरदार तो साडे जीवन तो लोग कुछ सीख सकन और उसका प्रभाव लोगों ते पै जावे। हुण देखो बदकिस्मती ये आ सिखां दी कि नाम रख लिया जी गुरु नानक डायरी डायरी, जिहदे च दुध बेचदा दुध च भी मिलावट आ, मक्खन बेचदा मक्खन च भी मिलावट आ, घ्यो बेचदा घ्यो च भी मिलावट आ। नाम गुरु नानक डेयरी है। नाम रख लिया गुरु नानक करियाना स्टोर, जिहदे च हर दाल च मिलावट आ, हर आटे च मिलावट आ, हर खंड च मिलावट आ। तो मेरा मतलब कहण दा ये आ, जिद्दन कोई सिख जिस तरीके दे नाल गुरु ने भी व्यापार किया 13 करके गल खत्म कर दी, उस तो उत्ते कोई गल ही नहीं। ਉਹ ਜਦੋਂ ਉਹ ਕਿਰਦਾਰ ਬਣ ਜਾਏਗਾ ਸਿੱਖ ਦੁਕਾਨਦਾਰ, ਜਦੋਂ ਉਹ ਕਿਰਦਾਰ ਬਣ ਜਾਏਗਾ ਸਿੱਖ ਕਰਮਚਾਰੀ ਦਾ, ਜਦੋਂ ਉਹ ਬਣ ਜਾਏਗਾ ਸਿੱਖ ਪ੍ਰਚਾਰਕ ਦਾ, ਤਾਂ ਤੁਹਾਨੂੰ ਬਹੁਤੀਆਂ ਦਲੀਲਾਂ ਦੇਣ ਦੀ ਲੋੜ ਹੀ ਨਹੀਂ ਰਹਿਣੀ। ਤੁਹਾਨੂੰ ਬਹੁਤੀਆਂ ਇਸ ਕਿਸਮ ਦੀਆਂ ਇਤਿਹਾਸਿਕ ਘਟਨਾਵਾਂ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ। ਜਿਉਂਦਾ ਜਾਗਦਾ ਜਿਹੜਾ ਸਿੱਖ ਆ ਉਹ ਤੁਹਾਡੇ ਸਾਹਮਣੇ ਆਏਗਾ ਔਰ ਤੁਹਾਡੇ ਰਾਹੀਂ ਗੁਰੂ ਵਿਚਰੇਗਾ ਲੋਕਾਂ ਦੇ ਵਿੱਚ। ਸਾਡਾ ਆਪਣਾ ਮਾਫ ਕਰਨਾ, ਸਾਡਾ ਆਪਣਾ ਕਿਰਦਾਰ ਗਿਰ ਗਿਆ, ਸਾਡਾ ਆਪਣਾ ਕਰੈਕਟਰ ਜਿਹੜਾ ਹੈ ਉਹ ਖਤਮ ਹੋ ਚੁੱਕਿਆ ਹੈ। ਅਸੀਂ ਕਹਿੰਦੇ ਕੁਛ ਆ ਕਰਦੇ ਕੁਛ ਆ। ਕਥਨੀ ਤੇ ਮਤਲਬ ਰਹਿਣੀ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਆ, ਜਸਟ ਆਪੋਜ਼ਿਟ ਟੂ ਦੈਟ। तो उसका असर हो नहीं सकता माफ करना, कितना जोर ला ली उसका असर नहीं हो सकता। अज सानू जरूरत है जिस किस्म का सिंह सभा के लीडर ने ज्ञानी दित सिंह दे कोल किहड़ी ताकत सी, वो सिर्फ एक गरीब परिवार तो जलाहे परिवार तो उठे सी। उन्होंने मतलब वो चीज़ां करके दिखातियां जिहड़ियां 10 श्रोमणी गुरुद्वारा प्रबंधक कमेटियां नहीं कर सकते। 65 किताबां लिखियां ज्ञानी दित सिंह जी ने। प्रोफैसर गुरमुख सिंह दे कोल किहड़े हथियार सी, एक जिहड़े कपूरथला स्टेट दा उन्हां दे पिता जी उत्थे खाना बनाउंदे हुंदे सी, बावर्ची सी उन्हां दे। तो मेरा मतलब कहण दा है उन्हां दा किरदार सी, उन्हां दा कैरेक्टर सी, उन्हां दी कमिटमेंट सी, उन्हां दी ईमानदारी सी, वो सिद्धांत नूं समर्पित सी, गुरु नूं समर्पित सी। गुरु नूं समर्पित होकर लोकां दे विच विचरे ते लोकां दे विच उन्हां ने एक रेवोल्यूशन लैके आए, टोटल रिवाइवल किया सिक्खी का। तो मेरा मतलब कहण दा है थोड़े कोल सब कुछ है, थोड़े कोल बड़ा कमाल का विरसा है, लेकिन थोड़े जिहड़ा अपना कैरेक्टर माफ करना गिर चुके। अज देखो पिंडां दे विच विचारे बच्चे अज ही मैं पढ़ रहा, एक परिवार दे 2 भरा 1-2-3 दिन के वक्फे दे नाल गुजर गए बेचारे। दसो उस मां का की होएगा, उस प्यो का की होएगा? किहड़ी सरकार की कर रही है? सरकार कहंदे सी ना भी असी 24 घंटिਆਂ ਦੇ ਵਿੱਚ ਇਰੈਡੀਕੇਟ ਕਰ ਦਾਂਗੇ ਸਾਰੀ ਦੀ ਸਾਰੀ ਜਿਹੜੀ ਜੋ ਡਰੱਗ ਮਾਫੀਆ ਖਤਮ ਕਰ ਦਾਂਗੇ, ਅਸੀਂ ਗੈਂਗਸਟਰਸ ਨੂੰ ਖਤਮ ਕਰ ਦਾਂਗੇ, ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ। ਕੀ ਹੋਇਆ? ਕਿਹੜਾ ਪਰਿਵਰਤਨ ਆਇਆ? ਕਿਹੜਾ ਬਦਲਾਅ ਆਇਆ? ਦੱਸੋ ਤਾਂ ਸਹੀ ਕਿੱਥੇ ਆਇਆ ਬਦਲਾਅ? ਉਹਨੂੰ ਦੇਖ ਤਾਂ ਲਈਏ, ਦਿਖਦਾ ਤਾਂ ਹੈ ਨਹੀਂ ਜੀ ਕਿਤੇ। 80 90 ਸੀਟਾਂ ਹੁੰਦੀਆਂ ਸੀ, ਸੱਤਾ ਰਹੀ 5 ਵਾਰੀ ਰਾਜ ਕੀਤਾ। ਇੱਕ ਇਹੋ ਜਿਹਾ ਮੌਕਾ ਆਇਆ ਜਿੱਥੇ ਪਰਿਵਾਰ ਦੇ ਇੱਕ ਜੀ ਨੂੰ ਹਰਾ ਕੇ ਘਰੇ ਬਿਠਾ ਦਿੱਤਾ। ਹੁਣ ਹਾਰਨ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਉਹਨਾਂ ਦੇ ਕਬਜ਼ੇ ਦੇ ਵਿੱਚ ਹੈ, ਤਖਤਾਂ ਦੇ ਜਥੇਦਾਰ ਉਹਨਾਂ ਦੀ ਝੋਲੀ ਦੇ ਵਿੱਚ ਨੇ। ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਬਦਲਾਅ ਦੀ ਜ਼ਰੂਰਤ ਵੀ ਹੈ? ਦੇਖੋ ਜਿੰਨੀ ਦੇਰ ਸਿੱਖ ਆਮ ਪਬਲਿਕ, ਜਿੰਨੀ ਦੇਰ ਮਾਸੇ ਸਿੱਖਾਂ ਦੇ ਉਹਨਾਂ ਦੇ ਕੈਰੈਕਟਰ ਦੇ ਵਿੱਚ ਇੱਕ ਟਰਾਂਸਫਰਮੇਸ਼ਨ ਨਹੀਂ ਨਾ ਆਉਂਦੀ, उन्नी देर ना तो थोड़ी श्रोमणी गुरुद्वारा किनू रिप्रेजेंट कर रही है। श्रोमणी गुरुद्वारा प्रबंधक कमेटी किस तरीके इलेक्शन हो जित के आउंदे शराब वंडी जाती है, भुक्खी वंडी जाती है, होर फेवरटिज्म दिता जाता उन्होंने। तो पैसे के बलबूते ते ही वो बने हुए है ना जिहड़े हैगे श्रोमणी गुरुद्वारा प्रबंधक कमेटी के मैंबर आ। तो जरूरत है असी अपना कैरेक्टर तो बनाइए, असी अपने आप नूं तां इस किस्म का आचरण साडा होवे जिहड़ी दुनिया देखे भी आ जा रहा सिख। देखो 18वीं सदी ਦੇ ਵਿੱਚ ਜਿਹੜੇ ਸਿੱਖਾਂ ਦੇ ਵਿਰੋਧੀ ਸੀ, ਅਹਿਮਦ ਸ਼ਾਹ ਅਬਦਾਲੀ ਦੇ ਕੋਰਟ ਹਿਸਟੋਰੀਅਨ ਕੀ ਕਹਿ ਰਹੇ ਸਿੱਖਾਂ ਦੇ ਕੈਰੈਕਟਰ ਬਾਰੇ, ਵੀ ਜਿਹੜੀ ਗਵਾਹੀ ਸਿੱਖ ਦੇ ਦੇਗਾ ਨਾ ਉਸ ਨੂੰ ਅਦਾਲਤ ਮੰਨੇਗੀ। ਕਿਹਨਾਂ ਦੀ ਅਦਾਲਤ ਮੰਨੇਗੀ? ਮੁਗਲਾਂ ਦੀ ਅਦਾਲਤ ਮੰਨੇਗੀ, ਅਫਗਾਨਾਂ ਦੀ ਅਦਾਲਤ ਮੰਨੇਗੀ, ਪਠਾਨਾਂ ਦੀ ਅਦਾਲਤ ਮੰਨੇਗੀ। 100 ਪਠਾਨ ਦੂਜੇ ਪਾਸੇ ਖੜਾ ਹੋ ਜਾਏਗਾ, ਇੱਕ ਸਿੱਖ ਜੋ ਗੱਲ ਕਹੇਗਾ ਉਹ ਸੱਚੀ ਹੋਏਗੀ। ਜਿੱਦਣ ਇਹ ਕੈਰੈਕਟਰ ਸਿੱਖਾਂ ਨੇ
इतना बड़ा रेवोल्यूशन लैके इतने बड़ी मतलब गुरु नानक महाराज ने कितना बड़ा रेवोल्यूशन लैके आए इस मुल्क दे विच, किन्ने सिख पैदा कर दिते, अपने कैरेक्टर नाल पैदा किते आ। और उस सिद्धांत के उत्ते महाराज ने आप पैरा दिता, परिवारवाद नहीं पालिया, अपने परिवार नूं पिछे हट के लैला जी नूं कहा आओ जी अंगद बनो, तुसी लीड करना, तुसी हुण गुरु हो, मैं तुहाडा फॉलोअर हाँ। किड्डी वड्डी गल है। किस दुनिया के पैगंबर ने, मैनूं दसो दुनिया के इतिहास तुसी पढ़ लो, किस पैगंबर ने अपने फॉलोअर के अगे सिर झुकाया? ये दुनिया का जिहड़ा विरसा है सब तो वड्डा सिखां दे कोल। सिख अपने विरसे नूं दुनिया के कोल दस नहीं सके। सिखां दे कोल गुरु ग्रंथ साहब जिउंदा जागदा साक्षात गुरु, दुनिया दी सारियां जिहड़ियां स्क्रिप्चर्स हैगियां ਉਹ ओरल ट्रैडिशन ਤੇ ਉਹਨਾਂ ਨੇ ਤੁਹਾਨੂੰ ਰਿਟਨ ਡਾਕੂਮੈਂਟ ਦਿੱਤਾ ਜਿਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਆਪਣੇ ਪਰਿਵਾਰਾਂ ਦੀ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ। ਗੁਰੂ ਹਰਗੋਬਿੰਦ ਮਹਾਰਾਜ ਨੇ ਆਪਣੇ ਪੋਤੇ ਦੀ ਸ਼ਹਾਦਤ ਦਿੱਤੀ, ਉਹਨਾਂ ਦੇ ਪਰਿਵਾਰ ਨੂੰ ਕੱਢ ਦਿੱਤਾ ਕਿ ਪੋਥੀ ਜਿਹੜੀ ਤੁਸੀਂ ਮੈਨੂੰ ਦੇ ਨਹੀਂ ਨਾ ਰਹੇ, ਉਹ ਪੋਥੀ ਵਿਰਾਸਤ ਆ ਮਾਨਵਤਾ ਦੀ, ਨਾ ਕਿ ਇੱਕ ਪਰਿਵਾਰ ਦੀ ਵਿਰਾਸਤ ਆ। ਔਰ ਇਸੇ ਤਰੀਕੇ ਨਾਲ ਗੁਰੂ ਹਰਰਾਏ ਸਾਹਿਬ ਰਾਏ ਨੂੰ ਆਪਣੇ ਬੇਟੇ ਨੂੰ, जिसनों बहुत प्यार करते, सब तो बड़ा बेटा सी, उसनों पंथ चों कढ़िया। एक शब्द बदलना सी, मुसलमान की जगह बेईमान कह दिता और उन्होंने उत्थे पहुंचन नहीं दिता, पहुंचन तो पहला पंथ विचों छेक दिता। किड्डी वड्डी विरासत है थोड़ी, किड्डा बड़ा थोड़ा इतिहास है, किड्डा गुरुआं ने इतिहास जिहड़ा सिरजिया अपनियां शहादतां दे के सिरजिया। महाराज अज सिख की साडा कैरेक्टर की हो गया? ਅਸੀਂ ਲੋਕਾਂ ਤੋਂ ਲੁੱਟ ਕੇ ਲੋਕਾਂ ਨਾਲ ਹੇਰਾ ਫੇਰੀ, ਰਿਸ਼ਵਤਖੋਰੀ, ਠੱਗੀ ਠੋਰੀ, ਚੋਰੀ ਝੂਠ ਦੇ ਉੱਤੇ ਅਸੀਂ ਆਪਣੇ ਆਪ ਨੂੰ ਬਿਲਡ ਕਰ ਰਹੇ ਹਾਂ। ਗੱਲ ਕਰ ਰਹੇ ਹਾਂ ਸਿੱਖੀ ਦੀ, ਕੈਰੈਕਟਰ ਹੈਗਾ ਚੋਰਾਂ ਵਾਲਾ, ਤਾਂ ਇਹ ਗੱਲ ਨਹੀਂ ਹੋਏਗੀ ਜੀ। ਡਾਕਟਰ ਸਾਹਿਬ ਇੰਜ ਕਰੀਏ ਆਪਾਂ, ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ। ਤੁਹਾਡਾ ਸਮਾਂ ਵੀ ਅੱਜ ਥੋੜਾ ਜਿਹਾ ਜ਼ਿਆਦਾ ਲੈ ਗਏ ਇਸ ਕਰਕੇ, ਕਿਉਂਕਿ ਗੈਰ ਹਾਜ਼ਰੀਆਂ ਬਹੁਤ ਲੱਗ ਗਈਆਂ ਸੀ, ਉਹਦਾ ਲਾਹਾ ਲੈਣਾ ਚਾਹੁੰਦੇ ਹਾਂ। ਭਾਵੇਂ ਤੁਹਾਡੇ ਕੋਲ ਸਮਾਂ ਦੇਦਾ, ਪਰ ਥੋੜਾ ਜਿਹਾ ਸਮਾਂ ਤੁਹਾਡੇ ਨਾਲ ਹੋਰ ਲੈਣਾ ਹੈ। ਕੁਝ ਕਾਲਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ, ਉਹਨਾਂ ਦੇ ਮਨ ਦੇ ਵਿੱਚ ਵੀ ਕਈ ਸਵਾਲ ਨੇ, ਜ਼ਰੂਰ ਉਹ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਆ। ਪਹਿਲੇ ਕਾਲਰ ਨੇ ਮੇਰੇ ਕੋਲ ਸਰਦਾਰ ਗੁਰਮੇਲ ਸਿੰਘ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ ਜੀ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਸਵਾਲ ਤੁਹਾਡਾ ਜੀ। ਬੇਨਤੀ ਹੈ ਜੀ, 10ਵੇਂ ਪਾਤਸ਼ਾਹ ਨੇ ਚਮਕੌਰ ਸਾਹਿਬ ਤੋਂ ਜਾ ਕੇ ਕਾਂਗੜ ਦੀਨੇ ਸਾਹਿਬ ਤੋਂ ਇੱਕ ਚਿੱਠੀ ਲਿਖੀ ਸੀ ਰੰਗਜੀਤ, ਜਿਹਨੂੰ ਅਸੀਂ ਜ਼ਫਰਨਾਮਾ ਸਾਹਿਬ ਕਹਿੰਦੇ ਹਾਂ ਜੀ, ਮੰਨਦੇ ਹਾਂ। ਤੇ ਜਦੋਂ 9ਵੇਂ ਪਾਤਸ਼ਾਹ ਸ਼ਹੀਦੀ ਉਦੋਂ ਵੀ ਲਿਖ ਸਕਦੇ ਚਿੱਠੀ, ਫਿਰ ਅਨੰਦਪੁਰ ਸਾਹਿਬ ਦਾ ਕਿਹੜਾ ਜਗ੍ਹਾ ਫਿਰ ਵੀ ਲਿਖ ਸਕਦੇ ਸੀ। ਮੈਨੂੰ ਉਹ ਦੱਸੋ ਵੀ ਇਹ ਮਗਰੋਂ ਲਿਖਣ ਦਾ ਕੀ ਮੈਸੇਜ ਮਿਲਦਾ ਸਾਨੂੰ? ਬਾਕੀ ਜੇ ਜਦੋਂ ਮੁੱਖ ਮੰਤਰੀ ਪਿੱਛੇ ਆਪਣੇ ਜਾਕਰ ਸਾਹਿਬ ਬਣ ਜਾਂਦੇ ਤੇ ਕੀ ਗੱਲ ਪੰਜਾਬ ਨੂੰ ਉਡਾ ਕੇ ਲੈ ਜਾਂਦੇ ਉਹ? ਅਸੀਂ ਤਾਂ ਜਿਹੜੇ ਗੁਰਦੁਆਰੇ 'ਚ ਮੱਥਾ ਟੇਕਦੇ ਆ ਨਾ, ਅਸੀਂ ਆਪ ਕਰਪਸ਼ਨ ਆਪ ਪੈਦਾ ਕਰਦੇ। ਕਿਸੇ ਗੁਰਦੁਆਰੇ 'ਚ ਮੱਥਾ ਨਾ ਟੇਕੋ, ਪਿੰਡ ਦੇ ਗਰੀਬ ਕੁੜੀ ਦਾ ਵਿਆਹ ਕਰ ਦਿਓ, ਕਿਸੇ ਦਾ ਬੱਚਾ ਪੜਾ ਦਿਓ, ਕਿਸੇ ਦਾ ਗਰੀਬ ਦਾ ਇਲਾਜ ਕਰਾ ਦਿਓ। ਜੀ ਜੀ, ਮੱਥਾ ਤਾਂ ਗੁਰੂ ਨੂੰ ਟੇਕਣਾ ਜੀ, ਗੁਰਦੁਆਰੇ ਨੂੰ ਥੋੜਾ ਟੇਕਣਾ ਹੈ। ਠੀਕ ਹੈ ਜੀ, ਪੁੱਛਦੇ ਹਾਂ ਤੁਹਾਡੇ ਦੋਨੇ ਸਵਾਲ ਜੀ। ਗੁਰੂ ਦੀ ਗੋਲਕ, ਹਾਂ ਗੋਲਕ ਦੇ ਵਿੱਚ ਨਹੀਂ, ਮੱਥਾ ਤਾਂ ਟੇਕਣਾ ਬਹੁਤ ਜ਼ਰੂਰੀ ਹੈ, ਗੁਰੂ ਨੂੰ ਮੱਥਾ ਟੇਕਣਾ ਤਾਂ ਜ਼ਰੂਰੀ ਹੈ। ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਜੇਬ 'ਚ ਚੱਲ ਗਿਆ ਕਿ ਤੁਹਾਡੇ ਫੋਨ 'ਚ ਅਪਲੋਡ ਕਰੋ ਤੇ ਪੜ੍ਹੋ। ਜੇ ਘਰੇ ਜਿਹੜਾ 5ਵੀਂ ਤੇ 6ਵੀਂ ਜੀ ਨਹੀਂ ਹੋਵੇ ਤੇ ਉਹਨੂੰ ਚਲੋ ਜੀ ਬਣਾ ਦਿਓ, ਗ੍ਰੰਥੀ ਬਣਾ ਦਿਓ। ਗੁਰੂ ਗ੍ਰੰਥ ਸਾਹਿਬ ਦਾ ਸਟੇਟਸ ਕੀ ਹੈ? ਤੇ ਅਸੀਂ ਗ੍ਰੰਥੀ ਜਿਹੜੇ ਉਹ ਤੇ ਸੇਵਾਦਾਰ ਲਾਉਣੇ, ਵਰਗੀਰ ਲਾਉਣੇ, ਉਹ ਤਾਂ ਜਿਹੜੇ ਇੱਥੇ ਅਸੀਂ ਪੈਸੇ ਦੇ ਕੇ ਆਉਣੇ ਕੀਰਤਨੀਆਂ ਨੂੰ $2 $5, ਉਹ ਵਿੱਚੋਂ 75 ਪੈਸੇ ਤਾਂ ਉੱਥੇ ਪ੍ਰਧਾਨ ਰਖਵਾ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ। ਅਗਲੇ ਕਾਲਰ ਨੇ ਪਿਆਰਾ ਸਿੰਘ ਜੀ। ਜੀ ਤੁਸੀਂ ਇੱਥੇ ਹੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਬੇਨਤੀ ਕਰਾਂ ਸਾਰੇ ਸਰੋਤਿਆਂ ਨੂੰ ਕਿ ਸਵਾਲ ਡਾਕਟਰ ਸਾਹਿਬ ਨੂੰ ਕੀ ਹੈ, ਭਾਵੇਂ ਉਹ ਤੁਸੀਂ ਰਾਜਨੀਤਿਕ ਤੌਰ ਤੇ ਪੁੱਛਣਾ ਹੈ ਜਾਂ ਧਾਰਮਿਕ ਤੌਰ ਤੇ ਪੁੱਛਣਾ ਹੈ, ਸਵਾਲ ਪੁੱਛ ਸਕਦੇ ਹੋ ਜੀ, ਕਮੈਂਟ ਨੇ। ਹਾਂਜੀ ਡਾਕਟਰ ਸਾਹਿਬ, ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ, ਥੋੜਾ ਜਿਹਾ ਉੱਚੇ ਬੋਲੋ ਜੀ। ਹਾਂਜੀ, ਇਹ ਜਿਹੜੀ ਕਮੇਟੀ ਹੈ ਇਹ ਪ੍ਰਬੰਧ ਕਰਨ ਵਾਸਤੇ ਬਣਾਈ ਗਈ ਹੈ ਗੁਰਦੁਆਰਿਆਂ ਦੇ ਵਿੱਚ।
ਲੇਕਿਨ ਇਹ ਬਿਲਕੁਲ ਗੁਰਦੁਆਰੇ ਪ੍ਰਬੰਧ ਦਾ ਤਾਂ ਨਾਂ ਹੀ ਨਹੀਂ ਲੈਂਦੇ ਹੈਗੇ। ਪੋਲੀਟਿਕਸ ਵੇਲੇ ਚਲੇ ਜਾਂਦੇ ਆ, ਹੋਰ ਗੱਲਾਂ ਚਲੇ ਜਾਂਦੇ ਆ। ਮਤਲਬ ਜੇ ਤੁਸੀਂ ਦੇਖੋ ਸਾਡੇ ਕੈਨੇਡਾ ਦੇ ਗੁਰਦੁਆਰੇ ਆ, ਉਹਨਾਂ ਦਾ ਪ੍ਰਬੰਧ ਬਾਰੇ ਤਾਂ ਇਹਨਾਂ ਦਾ ਕਿਸੇ ਦਾ ਕਦੀ ਕਮੈਂਟ ਹੀ ਨਹੀਂ ਆਇਆ ਹੈਗਾ ਵੀ ਆਹ ਕਰੋ, ਠੀਕ ਏਦਾਂ ਠੀਕ ਕਰੋ, ਏਦਾਂ ਠੀਕ ਕਰੋ, ਕੁਛ ਨਹੀਂ ਕਰਦੇ ਹੈਗੇ। ਗੁਰਦੁਆਰੇ ਪ੍ਰਬੰਧ ਕਰਨ ਦਾ ਉੱਪਰ ਇਹਨਾਂ ਦੀ ਰਿਸਟ੍ਰਿਕਟ ਦੈਮਸੈਲਵ ਟੂ ਰਨਿੰਗ ਦ ਗੁਰਦੁਆਰਾਸ ਪ੍ਰੋਪਰਲੀ। ਤੇ ਬਾਕੀ ਜਿਹੜੀਆਂ ਪੋਲੀਟਿਕਸ ਆ ਉਹਦੇ ਚੋਂ ਇਹ ਬਾਹਰ ਰਹਿਣ ਦਾ ਠੀਕ ਆ, ਕਿਉਂਕਿ ਇਹਨਾਂ ਦਾ ਬਾਕੀ ਸੰਗਤ ਕਿਸ ਤਰ੍ਹਾਂ ਜਾਊਗੀ ਗੁਰਦੁਆਰਿਆਂ 'ਚ? ਗੁਰਦੁਆਰਿਆਂ ਤੋਂ ਤਾਂ ਲੋਕ ਦੂਰ ਹੋਈ ਜਾਂਦੇ ਕਿਉਂਕਿ ਪ੍ਰਬੰਧ ਠੀਕ ਨਹੀਂ ਹੈਗਾ। ਥੈਂਕ ਯੂ, ਬਹੁਤ ਧੰਨਵਾਦ ਜੀ। ਮੈਂ ਬੇਨਤੀ ਕਰਾਂ ਸਾਰੇ ਸਰੋਤਿਆਂ ਨੂੰ, ਕਮੈਂਟਸ ਨਹੀਂ, ਜਿਹੜੀ ਹੋਈ ਗੱਲਬਾਤ ਹੈ ਉਹਦੇ ਵਿੱਚੋਂ ਤੁਹਾਡਾ ਕੋਈ ਸਵਾਲ ਡਾਕਟਰ ਗੁਰਦਰਸ਼ਨ ਸਿੰਘ ਤੱਕ ਸਵਾਲ, ਫਿਰ ਬੇਨਤੀ ਕਰਾਂ, ਕਮੈਂਟਸ ਨਹੀਂ। ਜੇ ਕੋਈ ਸਵਾਲ ਹੈ, ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੈ, ਜ਼ਰੂਰ ਪੁੱਛ ਸਕਦੇ ਹੋ। ਡਾਕਟਰ ਸਾਹਿਬ ਮੇਰੇ ਨਾਲ ਨੇ। ਬੇਨਤੀ ਹੈ ਕਿ ਕੋਈ ਸਵਾਲ ਪਾਰਟੀ ਬਾਰੇ ਜਾਂ ਧਾਰਮਿਕ ਜਥੇਬੰਦੀਆਂ ਬਾਰੇ, ਧਰਮ ਬਾਰੇ ਜਿਹੜੀ ਗੱਲ ਹੋਈ ਹੈ ਉਹਦੇ ਵਿੱਚੋਂ ਕੋਈ ਸਵਾਲ ਹੈ ਤੇ 184424715550। ਸਰਦਾਰ ਨਰਿੰਜਨ ਸਿੰਘ ਜੀ, ਤੁਸੀਂ ਇੱਥੇ ਹੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਪਿਆਰੇ ਹੋ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੜੇ ਅੱਛੇ ਐਕਸਪਰਟ ਲਿਆਉਂਦੇ ਹੋ, ਸਾਨੂੰ ਸਾਰੀ ਹਿਸਟਰੀ ਸੁਣਾ ਕੇ ਚਲੇ ਜਾਂਦੇ ਆ। ਜ਼ਰੂਰਤ ਹੈ ਵੀ ਜਿਹੜੀ ਸਾਡੇ ਕਰੈਕਟਰ ਹੈ ਉਹ ਕਿਹਨੇ ਬਰਬਾਦ ਕੀਤਾ ਹੈਗਾ, ਉਹਨਾਂ ਨੂੰ ਐਕਸਪੋਜ਼ ਕਰਨ ਦੀ ਲੋੜ ਹੈ, ਨਾ ਲੈ ਕੇ ਜਾਂ ਡਾਇਰੈਕਟ ਜਾਂ ਇਨਡਾਇਰੈਕਟਲੀ। ਅੱਜ ਤੋਂ ਜਿਹੜੀ ਜਿੰਨੇ ਵੀ ਪਾਰਟੀਆਂ ਆਉਂਦੇ ਹੈਗੇ ਜਾਂ ਧਰਮ ਵਾਲੇ ਆਉਂਦੇ ਹੈਗੇ, ਸਾਰੀਆਂ ਸਤਾ ਵਾਸਤੇ ਆਉਂਦੇ ਹੈਗੇ, ਸੇਵਾ ਵਾਸਤੇ ਕੋਈ ਨਹੀਂ ਆ ਰਹੀ। ਸਿੱਖਾਂ ਦਾ ਧਰਮ ਹੈ ਸੇਵਾ ਕਰਨਾ, ਸੋ ਸੇਵਾ ਕਰਨ ਵਾਲੇ ਬੰਦੇ ਅੱਗੇ ਲਿਆਉਣ ਦੀ ਜ਼ਰੂਰਤ ਹੈ। ਜ਼ਰੂਰਤ ਇਹ ਹੈ ਕਿ ਹੁਣ ਜਿਹੜੀ ਕਮੇਟੀ ਦੇ ਇਲੈਕਸ਼ਨ ਹੁੰਦੀ ਹੈ, ਸਿਲੈਕਸ਼ਨ ਹੁੰਦੀ ਹੈ, ਉਹਨਾਂ ਬੰਦਿਆਂ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ, ਨਾ ਕਿ ਆਪਾਂ ਇੱਧਰ ਐਕਸਪਰਟ ਲਿਆਈਏ ਉਹਨਾਂ ਨੂੰ ਜਵਾਬ ਲੈ ਲਈਏ। ਕੋਸ਼ਿਸ਼ ਕਰੋ ਵੀ ਜਿਹੜੇ ਬੰਦੇ ਅੱਗੇ ਆਏ ਹੋ ਹੈਗਾ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰੋ, ਐਸਾ ਤਰੀਕਾ ਲੱਭੋ ਕੋਈ। ਇਹ ਮੇਰਾ ਸਵਾਲ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਸਰਦਾਰ ਨਰਿੰਦਰ ਸਿੰਘ ਉਹਨਾਂ ਨੇ ਜਿਹੜਾ ਕਿਹਾ? ਸੁਣਿਆ ਨਹੀਂ ਜੀ ਕੀ ਕਿਹਾ, ਬਹੁਤ ਉਹਨਾਂ ਦੀ ਆਵਾਜ਼ ਬੜੀ ਘੱਟ ਸੀ। ਹਾਂਜੀ, ਉਹ ਇਹ ਕਹਿ ਰਹੇ ਸੀ ਜਿਹੜੇ ਬੰਦੇ ਪਰਖੇ ਹੋਏ ਨੇ ਜੀ, ਜਿਹੜੇ ਜਾਣੇ ਹੋਏ ਨੇ, ਪਤਾ ਹੈ ਕਿ ਉਹਨਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ, ਪੰਜਾਬ ਦੇ ਵਿੱਚ ਕੋਈ ਇਹੋ ਜਿਹੇ ਨਵੇਂ ਵਿਅਕਤੀ ਜਾਂ ਨਵੀਂ ਸੋਚ ਕਿਉਂ ਨਹੀਂ ਪੈਦਾ ਹੋ ਰਹੀ, ਕਿਉਂ ਨਹੀਂ ਆ ਰਿਹਾ? ਹਾਂਜੀ, ਕੀ ਕਾਰਨ ਹੈ? ਹਾਂਜੀ, ਦੇਖੋ ਜਿਹੜੇ ਪੰਜਾਬ ਦੇ ਲੋਕ ਆ ਉਹ ਬੜੇ ਮਤਲਬ ਕਹਿੰਦੇ ਨਾ ਸਾਨੂੰ ਮਤਲਬ ਵਿਸ਼ਵਾਸ ਤੇ ਬੰਨੇ ਜਾਂਦੇ ਆ। ਕੇਜਰੀਵਾਲ ਪਹਿਲਾਂ ਤਾਂ ਜਿਹੜਾ ਪ੍ਰਕਾਸ਼ ਸਿੰਘ ਬਾਦਲ ਉਹ ਬਹੁਤ ਮਿੱਠੀਆਂ ਗੱਲਾਂ ਕਰਕੇ ਔਰ ਜਿਸ ਨੂੰ ਅਸੀਂ ਪੰਜਾਬੀ ਚ ਕਹਿੰਦੇ ਮਿੱਠੀ ਛੁਰੀ ਦੀ ਤਰ੍ਹਾਂ ਉਸਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ, ਪੰਜਾਬ ਦੇ ਲੋਕਾਂ ਨੂੰ ਮਤਲਬ ਇਸ ਤਰੀਕੇ ਦੇ ਨਾਲ ਪਲੋਸਿਆ। ਲੇਕਿਨ ਉਸ ਦਾ ਜੋ ਕਹਿੰਦਾ ਸੀ ਉਹ ਕਰਦਾ ਨਹੀਂ ਸੀ। ਉਸ ਦਾ ਮਨੋਰਥ ਸੀ ਪਰਿਵਾਰਵਾਦ, ਉਸ ਦਾ ਆਬਜੈਕਟਿਵ ਸੀ ਪੈਸਾ ਇਕੱਠਾ ਕਰਨਾ, ਪ੍ਰਾਪਰਟੀਆਂ ਬਣਾਉਣੀਆਂ ਜਿਹੜੀਆਂ ਜਿਹਦੇ ਚ ਸਕਸੈਸਫੁਲ ਰਿਹਾ। ਇਸੇ ਤਰੀਕੇ ਨਾਲ ਉਹਦਾ ਭਤੀਜਾ ਆਇਆ ਮਨਪ੍ਰੀਤ, ਤੁਹਾਨੂੰ ਪਤਾ ਹੀ ਹੈ, ਤੁਹਾਡੇ ਮੁਲਕਾਂ ਚ ਗਿਆ, ਉਹਨੇ ਕਰੋੜਾਂ ਰੁਪਈਆ ਹੁਣ ਦੇਖੋ ਕਿਸ ਤਰ੍ਹਾਂ ਘੁਟਾਲਿਆਂ ਚ ਫਸਿਆ ਹੋਇਆ। ਮੇਰਾ ਖਿਆਲ ਹੈ ਕੱਲ ਪਰਸੋਂ ਨੂੰ ਜਾਂ 2-4 ਦਿਨਾਂ ਨੂੰ ਉਹਨੂੰ ਅੰਦਰ ਕਰ ਦੇਣਗੇ। ਕਰਨਾ ਵੀ ਚਾਹੀਦਾ ਕਿਉਂਕਿ ਉਸ ਬੰਦੇ ਨੇ ਤੇ ਉਹਦੇ ਜਿਹੜੇ ਸਹੁਰਾ ਪਰਿਵਾਰ ਆ ਉਹਨਾਂ ਨੇ ਬਹੁਤ ਲੁੱਟ ਮਚਾਈ, ਬਠਿੰਡੇ ਵਿੱਚ ਵੀ ਹੋਰ ਜਗ੍ਹਾ ਵੀ ਜਗ੍ਹਾ। ਖੈਰ ਮੈਂ ਕਿਹੜਾ, ਮੇਰੇ ਕੋਲ CID ਤਾਂ ਨਹੀਂ, ਪਰ ਜੋ ਸੁਣਿਆ ਜੋ ਪਛਾਣਿਆ ਉਹਦੇ ਤੇ ਖਾਸ ਤੌਰ ਦੇ ਉੱਤੇ ਉਹ ਜਿਹੜਾ ਪਹਿਲਾਂ ਉੱਥੇ ਦਾ MLA ਹੁੰਦਾ ਸੀਗਾ ਉਸਨੇ ਉਸ ਤੇ ਬੜੇ ਸੀਰੀਅਸ ਇਲਜ਼ਾਮ ਲਾਏ। ਔਰ ਹਾਂਜੀ ਸਿੰਗਲਾ ਤੋਂ ਇਸੇ ਤਰੀਕੇ ਦੇ ਨਾਲ ਮਤਲਬ ਸਾਰੇ ਹੀ ਬੰਦੇ ਇਹ ਜਿਹੜੇ ਆ ਗੁਨਾਹਗਾਰ ਆ। ਅਮਰਿੰਦਰ ਸਿੰਘ ਦਾ ਲੈ ਲਓ, ਇਹ ਤਾਂ ਸ਼ੁਰੂ ਤੋਂ ਹੀ ਦੇਖੋ, ਮੈਂ ਤਾਂ ਬਹੁਤ ਵਾਰੀ ਖੁੱਲ ਕੇ ਕਹਿੰਦਾ ਰਿਹਾ ਜਦੋਂ ਚੀਫ ਮਿਨਿਸਟਰ ਸੀ, ਮੈਂ ਕਿਹਾ ਇਹਦੇ ਵੱਡੇ ਵਡੇਰਿਆਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਕਿਲਤ ਦਿੱਤੀ ਸੀ ਜਦੋਂ ਕਿ ਦੂਜਾ ਘਲੂਘਾਰਾ ਹੋ ਰਿਹਾ ਸੀ। ਔਰ ਇਸੇ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵਿਰੋਧ ਦੇ ਵਿੱਚ ਇਹਨਾਂ ਨੇ ਅੰਗਰੇਜ਼ਾਂ ਦੇ ਨਾਲ ਅਲਾਇੰਸ ਕੀਤਾ ਸੀ। ਇਹਨਾਂ ਦੇ ਤਾਂ DNA 'ਚ ਹੀ ਐਂਟੀ ਸਿੱਖ ਐਲੀਮੈਂਟ ਹੈ, ਪਰ ਸਿੱਖ ਨਹੀਂ ਸਮਝਦੇ, ਸਿੱਖ ਇਤਿਹਾਸ ਨਹੀਂ ਪੜ੍ਹਦੇ, ਸਿੱਖ ਉਹ ਕਿਸੇ ਗੱਲ ਦੀ ਡੂੰਘਾਈ 'ਚ ਨਹੀਂ ਜਾਂਦੇ। ਆਹ ਕੇਜਰੀਵਾਲ ਦੇ ਉੱਤੇ ਕਿਤਾਬਾਂ ਲਿਖੀਆਂ ਵੀ ਆ ਬਹੁਤ, ਔਰ ਕਿਹਨਾਂ ਨੇ ਲਿਖੀਆਂ? ਸਿੱਖਾਂ ਨੇ ਨਹੀਂ ਲਿਖੀਆਂ, ਹਿੰਦੂਆਂ ਨੇ ਲਿਖੀਆਂ। ਔਰ ਉਹਦੇ ਵਿੱਚੋਂ ਵੀ ਕੁਝ ਕਿਤਾਬਾਂ ਜਿਹੜੀਆਂ ਮਤਲਬ ਜਿਹੜਾ ਇੱਕ ਆਥਰ ਆ ਅਭਿਸ਼ੇਕ ਸ੍ਰੀਵਾਸਤਵ, ਪਹਿਲਾਂ ਉਹਨੇ ਅੰਗਰੇਜ਼ੀ ਚ ਲਿਖੀ ਆਮ ਆਦਮੀ ਦੇ ਨਾਮ ਉੱਤੇ
ਉਸ ਦੇ ਵਿੱਚ ਕਿਤਾਬ ਲਿਖੀ ਆ ਔਰ ਉਹਨੇ ਦੱਸਿਆ ਵੀ ਇਹ ਆਦਮੀ ਕੇਜਰੀਵਾਲ ਕੀ ਚੀਜ਼ ਆ। ਦੇਖੋ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਣ ਲੱਗਿਆ ਜਿਹੜੀ ਤੁਸੀਂ ਹੈਰਾਨ ਹੋਗੇ। ਦੁਨੀਆ ਦੇ ਡੈਮੋਕ੍ਰੈਟਿਕ ਇਤਿਹਾਸ ਦੇ ਵਿੱਚ ਕੋਈ ਪ੍ਰਾਈਮ ਮਿਨਿਸਟਰ ਕੋਈ ਚੀਫ ਮਿਨਿਸਟਰ ਐਸਾ ਨਹੀਂ ਹੋਇਆ ਜਿਹਦੇ ਕੋਲ ਕੋਈ ਪੋਰਟਫੋਲੀਓ ਨਾ ਹੋਵੇ। ਇਹ ਪਹਿਲਾ ਚੀਫ ਮਿਨਿਸਟਰ ਆ ਜਿਸ ਨੇ ਆਪਣੇ ਕੋਲ ਪੋਰਟਫੋਲੀਓ ਨਹੀਂ ਰੱਖਿਆ। ਇਹ ਮੋਦੀ ਨਾਲੋਂ 100 ਗੁਣਾ ਜ਼ਿਆਦਾ ਚਲਾਕ, ਹੁਸ਼ਿਆਰ, ਬੇਈਮਾਨ, ਝੂਠਾ, ਕਰਪਟ ਇਨਸਾਨ ਹੈ। ਔਰ ਉਸ ਬੰਦੇ ਨੇ ਇਸ ਨੇ ਦੇਖੋ ਉਸ ਨੂੰ ਫੜ ਨਹੀਂ ਸਕਦਾ ਮੋਦੀ ਬਹੁਤ ਆਪਣੇ ਆਪ ਨੂੰ ਸ਼ਾਤਰ ਸਮਝਦਾ। ਕੇਜਰੀਵਾਲ ਨੂੰ ਤਾਂ ਫੜੇਗਾ ਜੇ ਉਸਦੇ ਕੋਲ ਕੋਈ ਪੋਰਟਫੋਲੀਓ ਹੋਏਗਾ। ਪੋਰਟਫੋਲੀਓ ਦੂਜਾ। ਔਰ ਇਸੇ ਤਰੀਕੇ ਨਾਲ ਜੋ ਇਹਦਾ ਉਹ ਬੈਠਾ ਅੰਦਰ ਜਿਹੜਾ ਹੈਲਥ ਮਿਨਿਸਟਰ ਹੁੰਦਾ ਸੀ ਕਰੋੜਾਂ ਅਰਬਾਂ ਰੁਪਈਆ ਖਾ ਕੇ ਅੰਦਰ ਬੈਠਾ, ਪਰ ਇਹਨੂੰ ਹੱਥ ਨਹੀਂ ਪਾਉਣਾ ਬਹੁਤ ਔਖਾ। ਇਹ ਬਹੁਤ ਜ਼ਿਆਦਾ ਡੀਪ ਤੇ ਸਟਲ ਇਨਸਾਨ ਆ ਔਰ ਬਹੁਤ ਜ਼ਿਆਦਾ ਐਂਟੀ ਮਾਈਨੋਰਟੀਜ਼ ਆ। ਐਂਟੀ ਮਾਈਨੋਰਟੀ ਇਹਦੇ ਮਤਲਬ DNA ਦੇ ਵਿੱਚ ਭਰਿਆ ਪਿਆ ਹੈ, ਮਤਲਬ ਪੈਰ ਤੋਂ ਲੈ ਕੇ ਸਿਰ ਤੱਕ। ਔਰ ਸਿੱਖਾਂ ਦਾ ਬਹੁਤ ਸਿੱਖੀ ਦਾ ਵਿਰੋਧੀ ਆ। ਮੈਂ ਬਹੁਤ ਚਲਾ ਕੇ ਇਲੈਕਸ਼ਨਾਂ ਦੇ ਦੌਰਾਨ ਦਿੱਤੀਆਂ 22 ਲੱਖ YouTube ਤੇ ਮੇਰੀਆਂ ਕਈਆਂ ਇਹ ਗੱਲਾਂ ਹੋਈਆਂ ਪਰ ਕਿਸੇ ਸਿੱਖ ਨੇ ਸਮਝੀ ਨਹੀਂ। ਉਹ ਪਾਗਲ ਹੋ ਗਏ। ਇਹ ਬੰਦਾ ਕਲਟਿਸ਼ ਆ। ਕਲਟਿਸ਼ ਜਿਹੜੇ ਲੋਕ ਹੁੰਦੇ ਆ ਉਹ ਆਪਣੇ ਫਾਲੋਅਰਸ ਨੂੰ ਮੈਂਟਲੀ ਬਲਾਈਂਡ ਕਰ ਦਿੰਦੇ ਆ। ਆਹ ਦੇਖ ਲਓ ਰਾਮ ਰਹੀਮ ਸ਼ਰੇਆਮ ਇਸਨੇ ਕਿਸ ਕਿਸਮ ਦੀਆਂ ਗੰਦੀਆਂ ਕਰਤੂਤਾਂ ਕੀਤੀਆਂ, ਪਰ ਜਦੋਂ ਬਾਹਰ ਆਉਂਦਾ ਉਸੇ ਤਰੀਕੇ ਨਾਲ ਫਾਲੋਅਰਸ ਲੱਖਾਂ ਦੀ ਤਾਦਾਦ ਦੇ ਵਿੱਚ ਉਹਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ। ਕੇਜਰੀ ਆਹ ਦੇਖ ਲਓ ਭਗਵੰਤ ਮਾਨ ਨੂੰ ਇਸ ਬੰਦੇ ਨੇ ਸਾਈਕੋਲੋਜੀਕਲੀ ਆਪਣਾ ਮੈਂਟਲ ਸਲੇਵ ਬਣਾਇਆ ਹੋਇਆ। ਡੀ ਫੈਕਟੋ ਰੂਲਰ ਉਹ ਆ, ਉੱਥੋਂ ਚੱਲ ਰਹੀ ਹੈ ਸਾਰੀ ਹੁਕੂਮਤ ਦਿੱਲੀ ਤੋਂ। ਇਹ ਤਾਂ ਪਪਟ ਚੀਫ ਮਿਨਿਸਟਰ ਹੈ, ਇਹਦੀ ਕੋਈ ਹੈਸੀਅਤ ਨਹੀਂ, ਇਹਦੀ ਕੋਈ ਔਕਾਤ ਹੀ ਨਹੀਂ ਹੈ। ਤੋਂ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਇਸ ਬੰਦੇ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਮੈਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਕਲਟਿਸ਼ ਆਦਮੀ ਆ, ਬਚਿਓ ਇਸ ਤੋਂ। ਇਸ ਦਾ ਡੰਗਿਆ ਮਤਲਬ ਬੰਦਾ ਥੋੜੀ ਬਹੁਤ ਦੇਰ ਤੱਕ ਵੀ ਸੁਰਤ ਚ ਨਹੀਂ ਆ ਸਕਦਾ। ਇਹ ਇਤਨਾ ਡੇਂਜਰਸ ਸਨੇਕ ਆ, ਇਤਨਾ ਖਤਰਨਾਕ ਜ਼ਹਿਰੀਲਾ ਇਨਸਾਨ ਆ ਕਿ ਇਹ ਸਿੱਖੀ ਨੂੰ ਤਬਾਹ ਕਰਕੇ ਜਾਏਗਾ ਇਸ ਪੰਜਾਬ ਦੇ ਵਿੱਚੋਂ। ਮੇਰੀ ਗੱਲ ਯਾਦ ਰੱਖਿਓ ਜੀ। ਗੁਰਪਿੰਦਰ ਸਿੰਘ ਜੀ ਤੁਹਾਡਾ ਸਵਾਗਤ ਹੈ ਵੀਰ ਜੀ, ਤੁਸੀਂ ਇੱਥੇ ਹੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਤੇ ਗੁਰਦਰਸ਼ਨ ਸਿੰਘ ਢਿੱਲੋਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਪ੍ਰੋਫੈਸ਼ਨ ਨੂੰ ਬਹੁਤ ਚੰਗੀ ਤਰ੍ਹਾਂ ਰੱਖਿਆ ਜੀ। ਜੇ ਇੰਨੇ ਸੂਝਵਾਨ ਹੈਗੇ ਨੇ, ਜੇ ਭਗਵੰਤ ਮਾਨ ਦੀ ਜਗ੍ਹਾ ਤੇ ਹੁੰਦੇ ਤੇ ਇਹ ਕਿਵੇਂ ਪਲਟਾ ਲਿਆ ਸਕਦੇ ਆ? ਕਦੀ ਸੁਝਾਅ ਦਿੱਤਾ ਇਹਨਾਂ ਨੇ ਐਕਸਪੀਰੀਅੰਸ ਹੋ ਕੇ? ਪੰਡਿਤ ਹਰ ਦੀ ਕਰ ਦਿੰਦੇ ਨੇ ਹਿਸਟੋਰੀਅਨ, ਕੋਈ ਵੀ ਸੁਝਾਅ ਦੇਣ ਦੀ ਕੋਸ਼ਿਸ਼ ਕੀਤੀ ਤੇ ਪਲੀਜ਼ ਸੁਝਾਅ ਦੇਣ ਜੇ ਗਲਤੀਆਂ ਕਰ ਰਹੇ ਤਾਂ। ਥੈਂਕ ਯੂ। ਬਹੁਤ ਖੂਬ ਜੀ ਡਾਕਟਰ ਸਾਹਿਬ। ਕਿਸੇ ਦੀ ਬਹੁਤ ਇਹਨਾਂ ਨੇ ਵਧੀਆ ਗੱਲ ਕੀਤੀ ਆ। ਮੈਂ ਸੁਝਾਅ ਦਿੰਦਾ, ਹੈਲੋ ਜੀ, ਮੈਂ ਸੁਝਾਅ ਦਿੰਦਾ ਇੱਕੋ ਹੀ ਸਿੰਪਲ ਛੋਟਾ ਜਿਹਾ ਕਿ ਭਗਵੰਤ ਮਾਨ ਆਪਣੇ ਆਪ ਨੂੰ ਉਸ ਦੀ ਚੁੰਗਲ ਤੋਂ ਆਜ਼ਾਦ ਕਰ ਲੇ, ਪੰਜਾਬ ਨਾਲ ਸਮਰਪਿਤ ਹੋ ਜੇ, ਸਿੱਖੀ ਨਾਲ ਸਮਰਪਿਤ ਹੋ ਜੇ, ਉਸ ਤੋਂ ਖਹਿੜਾ ਛੁਡਾ ਲੇ। ਇੱਕੋ ਹੀ ਸੁਝਾਅ, ਹੋਰ ਇਸ ਤੋਂ ਵੱਡੇ ਸੁਝਾਅ ਦੀ ਜ਼ਰੂਰਤ ਹੀ ਨਹੀਂ। ਪੰਜਾਬ ਉਹਦਾ ਤਾਂ ਆਪਣਾ ਕੋਈ ਕੈਪਟਿਵ ਚੀਫ ਮਿਨਿਸਟਰ, ਉਹਦੀ ਆਪਣੀ ਕੋਈ ਹੈਸੀਅਤ ਹੀ ਨਹੀਂ ਹੈ। ਹੋਰ ਕੀ ਸੁਝਾਅ ਦਿੱਤਾ ਜਾ ਸਕਦਾ? ਸਰਦਾਰ ਸਾਹਿਬ ਤੁਸੀਂ ਦੱਸੋ, ਮੈਨੂੰ ਦੱਸ ਦਿਓ। ਹਾਂਜੀ ਇੱਕ ਮਿੰਟ। ਜੇ ਭਗਵੰਤ ਮਾਨ ਦੀ ਥਾਂ ਤੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਬੈਠੇ ਹੁੰਦੇ, ਪੰਜਾਬ ਦੇ ਵਿੱਚ ਕਿਵੇਂ ਬਦਲਾਵ ਲਿਆਉਂਦੇ ਜੀ? ਮੈਂ ਤਾਂ ਮਿੰਟ ਵੀ ਨਹੀਂ ਸੀ ਲਾਉਣਾ। ਮੈਂ ਤਾਂ ਪੰਜਾਬ ਨੂੰ ਸਮਰਪਿਤ ਹੋਣਾ ਸੀ, ਗੁਰੂ ਨੂੰ ਸਮਰਪਿਤ ਹੋਣਾ ਸੀ। ਗੁਰੂ ਦੇ ਚਰਨਾਂ 'ਚ ਬੈਠ ਕੇ 5 ਮਿੰਟਾਂ 'ਚ ਹੀ ਸਾਰਾ ਕੰਮ ਹੋ ਜਾਣਾ ਸੀਗਾ। ਤੁਸੀਂ ਤਾਂ ਆਰਡਰ ਕਿੱਥੋਂ ਲੈ ਰਹੇ ਹੋ? ਰੂਲ ਤੁਸੀਂ ਪੰਜਾਬ ਨੂੰ ਕਰ ਰਹੇ ਹੋ। ਤੁਹਾਡੀ ਆਪਣੀ ਕੋਈ ਹੈਸੀਅਤ ਹੀ ਨਹੀਂ ਹੈ। ਡਿਊਅਲਿਟੀ ਹੈ ਇਸ ਸਿਸਟਮ ਦੇ ਵਿੱਚ। ਮੈਂ ਤਾਂ ਕਹਿੰਦਾ ਮੈਂ ਜੇ ਹੁੰਦਾ 10 ਦਿਨਾਂ ਦੇ ਅੰਦਰ ਅੰਦਰ ਸਾਰੀ ਚੀਜ਼ ਕੰਟਰੋਲ ਕੀਤੀ ਜਾ ਸਕਦੀ ਹੈ। ਹਕੂਮਤ ਤੁਹਾਡੇ ਕੋਲ ਆ, ਕਾਨੂੰਨ ਤੁਹਾਡੇ ਕੋਲ ਆ, ਪੁਲਿਸ ਤੁਸੀਂ ਸਾਰੀ ਪੁਲਿਸ ਹੈਂਡਓਵਰ ਕਰ ਦਿੱਤੀ। ਉਸ ਨੂੰ ਸਿਕਿਉਰਿਟੀ ਕਿਸ ਕਰਕੇ ਦਿੱਤੀ ਆ? ਕਿੰਨੇ ਤੁਸੀਂ ਕਮਾਂਡੋ, ਕਿੰਨੀਆਂ ਗੱਡੀਆਂ, ਕਿੰਨੇ ਸਿਪਾਹੀ ਰਾਘਵ ਚੱਡਾ ਨੂੰ ਦੇ ਦਿੱਤੇ ਔਰ ਉਹਨੂੰ ਪੰਜਾਬ ਦੇ ਵਿੱਚ ਬਿਠਾ ਰਿਹਾ। ਉਹਦੀ ਹੁਕੂਮਤ ਚੱਲ ਰਹੀ ਹੈ। ਭਾਈ ਸਾਹਿਬ ਸਮਝਣ ਦੀ ਕੋਸ਼ਿਸ਼ ਕਰੋ। ਇਹ ਤੁਹਾਡੀ ਪੰਜਾਬ ਦੀ ਹੁਕੂਮਤ ਨਹੀਂ,
हुकूमत चला रहा राघव चड्डा ते केजरीवाल, तो इस करके ਇਹਦਾ ਤਾਂ ਸਿੱਧੀ ਸਿੰਪਲ ਗੱਲ ਆ, ਤੁਸੀਂ ਆਪਣੇ ਹੱਥ ਵਿੱਚ ਕੰਟਰੋਲ ਲਾਓ ਔਰ ਜੋ ਪੰਜਾਬ ਦੇ ਲੋਕ ਸੁਣਦੇ ਆ ਉਹ ਕਰੋ, ਗੱਲ ਖਤਮ। ਡਾਕਟਰ ਸਾਹਿਬ, ਗੁਰਪਿੰਦਰ ਸਿੰਘ ਦੇ ਸਵਾਲ ਦਾ ਜਵਾਬ ਮੈਨੂੰ ਅਜੇ ਮਿਲਿਆ ਨਹੀਂ। ਮੈਂ ਇਹ ਚਾਹੁੰਦਾ ਨਹੀਂ ਮਿਲਿਆ। ਇੱਕ ਮਿੰਟ ਜੀ, ਅਜੇ ਹੋਰ ਚੱਲੋ, ਇੱਕ ਮਿੰਟ ਸੁਣੋ ਜੀ ਪਲੀਜ਼। ਹਾਂਜੀ, ਉਹਨਾਂ ਦੀ ਥਾਂ ਤੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਐਜ਼ ਏ ਚੀਫ ਮਿਨਿਸਟਰ ਬੈਠੇ ਨੇ। 1 2 3 4 5 ਕਿਹੜੀਆਂ 5 ਚੀਜ਼ਾਂ ਨੂੰ ਪਹਿਲ ਦੇਣੀ ਸੀ ਜਿਹਦੇ ਨਾਲ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਸੀ? ਹਾਂਜੀ, ਸਭ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਐਸਟੈਬਲਿਸ਼ਡ ਸਿਸਟਮ ਹੈ ਨਾ, ਉਸ ਨੂੰ ਤੁਸੀਂ ਇੰਪਰੂਵ ਕਰੋ, ਉਸ ਨੂੰ ਬਦਲਣ ਦੀ ਜ਼ਰੂਰਤ ਨਹੀਂ ਹੈ। ਜਿਸ ਤਰੀਕੇ ਦੇ ਨਾਲ ਇਹ ਕੇਜਰੀਵਾਲ ਜਾਂ ਭਗਵੰਤ ਮਾਨ ਕਰ ਰਹੇ ਆ ਵੀ ਅਸੀਂ ਤਾਂ ਉਹ ਮਾਡਲ ਲੈ ਕੇ ਆ ਰਹੇ ਹਾਂ, ਦਿੱਲੀ ਵਾਲਾ ਮਾਡਲ ਇੱਥੇ ਕਿਸੇ ਵੀ ਕੀਮਤ ਤੇ ਚੱਲ ਨਹੀਂ ਸਕਦਾ। ਦਿੱਲੀ ਇੱਕ ਸ਼ਹਿਰ ਹੈ, ਪੰਜਾਬ ਇੱਕ ਸਟੇਟ ਆ, ਮਾਫ ਕਰਨਾ, ਉਸ ਨੂੰ ਸਮਝਣ ਦੀ ਨਾ ਉੱਥੇ ਦਾ ਐਜੂਕੇਸ਼ਨ, ਮੈਂ ਤੁਹਾਨੂੰ ਉੱਥੇ ਦੇ ਐਜੂਕੇਸ਼ਨ ਸਿਸਟਮ ਦੀ ਗੱਲ ਦੱਸਦਾ ਕਿ ਉੱਥੇ ਜਿੰਨੇ ਵੀ ਸਕੂਲ ਆ ਸਰਕਾਰੀ, ਉਹਨਾਂ ਦੇ ਵਿੱਚ 60% ਤਾਂ ਜਿਹੜੀਆਂ ਅਪਲਾਈਡ ਸਾਇੰਸਿਸ ਪੜ੍ਹਾਈਆਂ ਹੀ ਨਹੀਂ ਜਾਂਦੀਆਂ, ਨਾ ਕੈਮਿਸਟਰੀ ਪੜ੍ਹਾਈ ਜਾਂਦੀ ਆ, ਨਾ ਫਿਜ਼ਿਕਸ ਪੜ੍ਹਾਈ ਜਾਂਦੀ ਆ, ਨਾ ਬੋਟਨੀ, ਨਾ ਜ਼ੂਲੌਜੀ, ਕੁਝ ਨਹੀਂ ਪੜ੍ਹਾਇਆ ਜਾਂਦਾ। ਇਸੇ ਤਰੀਕੇ ਨਾਲ ਕੁਛ ਇਹ ਬਹੁਤ ਵੱਡੀ ਪਰਸੈਂਟੇਜ ਹੈ ਜਿਨ੍ਹਾਂ 'ਚ ਕਮਰਸ ਨਹੀਂ ਪੜ੍ਹਾਇਆ ਜਾਂਦਾ। ਸਾਡੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪੜ੍ਹਾਈਆਂ ਜਾਂਦੀਆਂ। ਇਸ ਸਿਸਟਮ ਨੂੰ ਇੰਪਰੂਵ ਕਰਨ ਦੀ ਜ਼ਰੂਰਤ ਆ। ਇੱਥੇ ਦਾ ਹੈਲਥ ਸਟਰਕਚਰ ਆ ਮਚ ਬੈਟਰ ਦੈਨ ਦਿੱਲੀ, तो उस हेल्थ स्ट्रक्चर ਨੂੰ ਇੰਪਰੂਵ ਕਰਨ ਦੀ ਜ਼ਰੂਰਤ ਹੈ। ਔਰ ਇੱਥੇ ਦੀ ਜਿਹੜੀ ਹੁਣ ਦੇਖੋ ਤੁਸੀਂ ਕੀ ਕਰ ਰਹੇ ਹੋ, ਇਸੇ ਤਰੀਕੇ ਦੇ ਨਾਲ ਜਿਹੜੀ ਤੁਸੀਂ ਕਿੰਨੇ ਪੈਰਾਮਿਲਟਰੀ ਫੋਰਸਿਸ ਆਪਣੇ ਆਲੇ ਦੁਆਲੇ ਹਜ਼ਾਰਾਂ ਬੰਦੇ ਜਾਂਦੇ ਆ, ਜਦੋਂ ਦਰਬਾਰ ਸਾਹਿਬ ਦੇ ਵਿੱਚ ਵੀ ਮੱਥਾ ਟੇਕਦੇ ਆ, ਉੱਥੇ ਹਾਹਾਕਾਰ ਮੱਚੀ ਪਈ ਹੈ। ਦਰਬਾਰ ਸਾਹਿਬ ਦੇ ਵਿੱਚ ਹਾਹਾਕਾਰ ਮੱਚੀ ਪਈ ਹੈ ਕਿ ਜਿਹੜੇ ਵਿਚਾਰੇ ਉੱਥੇ ਗਏ ਸ਼ਰਧਾਲੂ, ਉਹਨਾਂ ਨੂੰ ਉੜਕੇ ਲਾਏ ਜਾ ਰਹੇ ਆ। ਤਾਂ ਇਹ ਪਹਿਲੀ ਵਾਰ ਹੋ ਰਿਹਾ, ਫਸਟ ਟਾਈਮ ਇਨ ਦੀ ਹਿਸਟਰੀ ਆਫ ਦਰਬਾਰ ਸਾਹਿਬ। तो ਇਹਨਾਂ ਚੀਜ਼ਾਂ ਦੀ ਕੀ ਜ਼ਰੂਰਤ ਹੈ? ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਸੀ ਅਸੀਂ ਆਮ ਆਦਮੀ ਆ, ਅਸੀਂ ਸਿਕਿਉਰਟੀਆਂ ਨਹੀਂ ਲਵਾਂਗੇ, ਅਸੀਂ ਗੱਡੀਆਂ ਨਹੀਂ ਲਵਾਂਗੇ, ਅਸੀਂ ਕੋਠੀਆਂ ਨਹੀਂ ਲਵਾਂਗੇ, ਅਸੀਂ ਉਹ ਨਹੀਂ ਲਵਾਂਗੇ। ਲੀਡ ਅ ਸਿੰਪਲ ਲਾਈਫ, ਲੀਡ ਅ ਸਿੰਪਲ ਲਾਈਫ ਐਂਡ ਬੀ ਕਮਿਟਡ ਟੂ ਦੀ ਪੀਪਲ, ਬੀ ਕਮਿਟਡ ਟੂ ਦੀ ਪੀਪਲ, ਬੀ ਓਨੈਸਟ, ਬੀ ਸਟ੍ਰੇਟ ਫਾਰਵਰਡ। ਤਾਂ ਕੀ ਨਹੀਂ ਹੋ ਸਕਦਾ? ਤੁਸੀਂ ਇੱਕ ਆਈਡਲ ਬਣ ਕੇ ਆਓ, ਦੈਟ ਹੇਅਰ ਇਜ਼ ਐਨ ਆਈਡਲ ਚੀਫ ਮਿਨਿਸਟਰ, ਜਿਸ ਨੂੰ ਤੁਸੀਂ ਕਰਪਟ ਨਹੀਂ ਕਰ ਸਕਦੇ, ਜਿਸ ਨੂੰ ਤੁਸੀਂ ਡਿਸਓਨੈਸਟ ਨਹੀਂ ਕਹਿ ਸਕਦੇ। ਦੈਟ ਇਜ਼ ਮੋਰ ਦੈਨ ਐਨਫ। ਉਸੇ ਨਾਲ ਹੀ ਪਰਿਵਰਤਨ ਆਏਗਾ, ਉਸੇ ਨਾਲ ਹੀ ਚੇਂਜ ਆਏਗੀ। ਤੁਸੀਂ ਤਾਂ ਉਹੀ ਚੀਜ਼ ਆ ਗਈ ਜੋ ਬਾਦਲ ਸੀ, ਜੋ ਅਮਰਿੰਦਰ ਸੀ, ਜੋ ਚੰਨੀ ਸੀ ਜਾਂ ਦੂਸਰੇ ਸੀ, ਉਹੀ ਚੀਜ਼ ਤੁਸੀਂ ਉਸ ਦੀ ਇੱਕ ਹੋਰ ਮਤਲਬ ਬਦਲ ਆ ਗਿਆ ਉਹਨਾਂ ਦਾ, ਉਹਨਾਂ ਦੇ ਵਿੱਚ ਹੀ ਤੁਸੀਂ ਬੈਠੇ ਹੋ। ਮਮਤਾ ਬੈਨਰਜੀ ਬਣੋ, ਜੇ ਹੈ ਤਾਕਤ ਮਮਤਾ ਬੈਨਰਜੀ ਬਣੋ। ਹਾਂਜੀ ਜੀ, ਥੋੜਾ ਜਿਹਾ ਹੋਲਡ ਕਰਿਓ, ਤੁਹਾਡਾ ਤਹਿ ਦਿਲੋਂ ਧੰਨਵਾਦ, ਕਿਉਂਕਿ ਮੈਂ ਚਾਹੁੰਦਾ ਕਿ ਹਰ ਗੱਲ ਦਾ ਜਵਾਬ ਜਿਹੜਾ ਤੁਸੀਂ ਜਿਹੜੇ ਵੀ ਕਾਲਰ ਪੁੱਛ ਰਹੇ ਨੇ, ਤੁਸੀਂ ਯਤਨ ਕਰ ਰਹੇ ਹੋ ਆਪਣੇ ਵੱਲੋਂ ਪੂਰਾ। ਬਹੁਤ ਬਹੁਤ ਤੁਹਾਡਾ ਤਹਿ ਦਿਲੋਂ ਧੰਨਵਾਦ। ਵਪਾਰਕ ਸੰਦੇਸ਼ ਸਰਦਾਰ ਸੁਰਜੀਤ ਸਿੰਘ, ਜਰਨੈਲ ਸਿੰਘ ਤੇ ਰਾਜਸਥਾਨੀ ਜੀ, ਤੁਹਾਡੇ ਨਾਲ ਗੱਲਬਾਤ ਕਰਦੇ ਆ। ਬ੍ਰੇਕ। ਬੇਨਤੀ ਹੈ ਕਿ ਵੱਧ ਤੋਂ ਵੱਧ ਕਾਲਰ ਨੇ ਜਿਹੜੇ ਉਹਨਾਂ ਦੇ ਸਵਾਲ ਆਉਣ, ਤਾਂ ਜੋ ਸੰਖੇਪ, ਸਿਰਫ ਸਵਾਲ ਇੱਕ, ਤਾਂ ਜੋ ਸਵਾਲ ਦਾ ਜਵਾਬ ਸੰਖੇਪ ਦੇ ਵਿੱਚ ਹੀ ਡਾਕਟਰ ਦੇ ਸਕਣ। ਹੈਲੋ, ਸਤਿ ਸ੍ਰੀ ਅਕਾਲ। ਸੁਰਜੀਤ ਸਿੰਘ ਜੀ, ਤੁਸੀਂ ਇੱਥੇ ਹੋ? ਹਾਂਜੀ, ਸਤਿ ਸ੍ਰੀ ਅਕਾਲ ਜੀ। ਕੁਲਦੀਪ ਸਿੰਘ ਜੀ, ਸਤਿ ਸ੍ਰੀ ਅਕਾਲ। ਹਾਂਜੀ ਸਾਹਿਬ, ਕਈ ਚੀਜ਼ਾਂ ਰਲ ਗਈਆਂ ਵਿੱਚ ਹੀ, ਰਾਜ ਪ੍ਰਬੰਧ ਵਿੱਚ ਹੀ, ਆਪਣਾ ਧਰਮ ਤੇ ਵਿੱਚ ਹੀ ਇਕਨੋਮਿਕ ਰਿਫਾਰਮ, ਸਾਰਾ ਕੁਛ ਹੀ ਇਕੱਠਾ ਜਿਹਾ ਹੋ ਗਿਆ। ਪਰ ਮੈਂ ਤੇ ਧਾਰਮਿਕ ਪੱਖ ਤੋਂ ਗੱਲ ਕਰਨੀ ਚਾਹੁੰਦਾ ਵੀ ਇਹ ਕਹਿੰਦੇ ਆ ਵੀ ਉਹਨਾਂ ਨੇ ਜੀ ਕੋਈ ਹਾਲੇ ਤੱਕ ਜਿਹੜੀ ਗੱਲ ਇਹਨਾਂ ਨੇ ਸਿੱਖੀ ਦੀ ਕਹਾਣ ਵੀ ਦੱਸੀ ਆ ਨਾ, ਉਹ ਇਹੀ ਦੱਸੀ ਆ ਵੀ ਉਹਨੇ ਕੋਈ ਸਿੱਖ ਲਾਇਆ ਨਹੀਂ, ਦਿੱਲੀ ਨਹੀਂ ਕੋਈ ਸਿੱਖ ਰੱਖਿਆ, ਪੰਜਾਬ ਦੀ ਫੈਕਟਰੀ ਨਹੀਂ ਲਾਇਆ ਸਿੱਖ ਫਲਾਨਾ। ਇਹਨੂੰ ਪਹਿਲੀ ਤਾਂ ਗੱਲ ਹੈ ਵੀ ਇਹ ਸਿੱਖਾਂ ਦਾ ਕਹਾਣ, ਇਹਨੂੰ ਕਿਸ ਹਿਸਾਬ ਨਾਲ ਕਿਹਾ? ਇਹਨੂੰ ਇਹ ਤਾਂ ਕਹਿ ਸਕਦੇ ਆ ਵੀ ਉਹ ਸਿੱਖੀ ਨੂੰ ਬੜਾਵਾ ਨਹੀਂ ਦੇ ਰਿਹਾ, ਪਰ ਸਿੱਖੀ ਦਾ ਕਹਾਣ ਜਾਂ ਸਿੱਖੀ ਬਰਬਾਦ ਕਿੱਦਾਂ ਹੋ ਗਈ? ਇੱਕ ਨੰਬਰ 2, KPS ਗਿੱਲ ਤੇ ਬੇਅੰਤ ਸਿੰਘ ਤੋਂ ਵਧੀਆ ਸਿੱਖ ਕਿਹੜਾ ਸੀ? ਕਿੱਦਾਂ ਠੋਕਵੀਆਂ ਪੱਗਾਂ ਤੇ ਦਾੜੀਆਂ ਬੰਨੀਆਂ ਸੀਗੀਆਂ, ਤੇ ਏਦਾਂ ਦੇ ਸਿੱਖ ਲਾ ਦੇਵੇ ਫੇ ਇਹਨਾਂ ਨੂੰ, ਉਹ ਚੰਗੇ ਲੱਗਣਗੇ। ਓਕੇ, ਬਹੁਤ ਵਧੀਆ ਸਵਾਲ ਦਾ ਜਵਾਬ ਜੀ ਜਰਾ ਡਾਕਟਰ ਸਾਹਿਬ, ਦੋਨੇ ਜਵਾਬ ਜੀ। ਹਾਂਜੀ, ਮੈਨੂੰ ਸੁਣਿਆ ਨਹੀਂ ਜੀ, ਦੁਬਾਰਾ ਮਾੜਾ ਜਿਹਾ ਬਰੀਫਲੀ ਦੱਸ ਦਿਓ।
ਉਹ ਕਹਿੰਦੇ ਸੀ ਵੀ ਤੁਸੀਂ ਕਹਿੰਦੇ ਹੋ ਵੀ ਸਿੱਖ ਨਹੀਂ ਲਾਏ, ਜੇ ਸਿੱਖ ਬੇਅੰਤ ਸਿੰਘ ਵਰਗੇ ਤੇ KPS ਗਿੱਲ ਵਰਗੇ ਲਾ ਦਿੰਦਾ ਫਿਰ ਬੈਟਰ ਸੀ। ਨਹੀਂ ਵਾਰ-ਵਾਰ ਇਹ ਕਹਿ ਰਹੇ ਕਿ ਸਿੱਖੀ ਦਾ ਕਾਣ ਕੀਤਾ। ਹਾਂ, ਸਿੱਖੀ ਦੇ ਸੂਚ ਵਾਲੇ ਵਿਅਕਤੀ ਭਾਵੇਂ ਨਹੀਂ ਲਾਏ, ਪਰ ਸਿੱਖੀ ਦਾ ਕਾਣ ਕਿਵੇਂ ਹੋ ਗਿਆ? ਇਹ ਦੋ ਸਵਾਲ ਨੇ ਜੀ। ਨਹੀਂ, ਮੈਂ ਤਾਂ ਇਹੀ ਕਹਿ ਰਿਹਾ ਤੇ ਜਿਹੜੇ ਲਾਏ ਆ ਉਹ ਕਿੰਨੇ ਚੰਗੇ ਇਨਸਾਨ, ਜਿਹੜੇ ਲਾਏ ਆ ਉਹਨਾਂ ਦਾ ਵੀ ਤਾਂ ਐਨਾਲਿਸਿਸ ਕਰ ਲਓ। ਜਿਹੜਾ ਚੀਫ ਸੈਕਟਰੀ ਲਾਇਆ ਉਹ 2 ਲੱਖ ਰੁਪਈਆ ਲੈਂਦਾ ਪਕੜਿਆ ਗਿਆ, ਉਹਦੇ ਤੇ ਕੇਸ ਆ ਹਲੇ ਤੱਕ ਵੀ। ਪਰ ਇਹਨਾਂ ਨੇ ਕਿਉਂਕਿ ਉੱਥੇ ਇੱਕ ਬੀਬੀ, ਸਿੱਖ ਬੀਬੀ ਸੀਗੀ, ਉਹ ਬੜੀ ਓਨੈਸਟ, ਇਮਾਨਦਾਰ, ਬੜੇ ਚੰਗੇ ਖਾਨਦਾਨ ਦੀ ਕੁੜੀ ਸੀਗੀ, ਉਹਦੇ ਪਿਤਾ ਜੀ ਵੀ IAS ਵਗੈਰਾ ਰਹੇ ਆ, ਤੋਂ ਸਰਦਾਰ ਹਰਦਿਆਲ ਸਿੰਘ ਨਾਮੀ ਬੰਦੇ ਆ ਉਹ। ਤੋਂ ਮੇਰਾ ਮਤਲਬ ਕਹਿਣ ਦਾ ਹੈ ਉਹਨੂੰ ਇਗਨੋਰ ਕਰਕੇ ਇੱਕ ਤੁਸੀਂ ਉਸ ਬੰਦੇ ਨੂੰ ਲਾ ਰਹੇ ਹੋ ਜਿਹੜਾ ਕਰਪਟ ਆ, ਜਿਹੜਾ ਡਿਸਓਨੈਸਟ ਆ, ਜਿਹਦੇ ਤੇ ਕੇਸ ਆ ਕਰਪਸ਼ਨ ਦਾ, ਸ਼ਰੇਆਮ ਪੈਸੇ ਲੈਂਦਾ ਪਕੜਿਆ ਗਿਆ। ਤੋਂ ਇਸੇ ਤਰੀਕੇ ਦੇ ਨਾਲ ਤੁਸੀਂ AG ਜਿਹੜਾ ਲਾਇਆ ਉਹਦਾ ਕੀ ਕੈਰੈਕਟਰ ਹੈ ਸਮਝੇ ਕਿ ਨਹੀਂ? ਹੁਣ ਕਿਸ ਤਰੀਕੇ ਦੇ ਨਾਲ, ਮਤਲਬ ਪਹਿਲਾਂ ਤਾਂ ਹੀ ਵਾਸ ਡਿਫੈਂਡਿੰਗ, ਜਿਹੜਾ ਰਾਮ ਰਹੀਮ ਆ ਉਹਨੂੰ ਡਿਫੈਂਡ ਕਰ ਰਿਹਾ, ਉਹਦਾ ਲਾਇਰ ਸੀਗਾ ਉਹ। ਹੁਣ ਕਿਸ ਤਰੀਕੇ ਦੇ ਨਾਲ ਤੁਸੀਂ ਦੂਸਰੀ ਉਹਨੂੰ ਕਹੋਗੇ ਵੀ ਤੂੰ ਦੂਸਰੀ ਪੋਜੀਸ਼ਨ ਲੈ ਲਾ? ਕੋਈ ਅਪਾਰਟ ਫਰੋਮ ਯੋਰ ਪ੍ਰੋਫੈਸ਼ਨ ਮੋਰੈਲਿਟੀ ਦਾ ਵੀ ਬਹੁਤ ਵੱਡਾ ਰੋਲ ਹੁੰਦਾ। ਮੋਰੈਲਿਟੀ ਬਹੁਤ ਇੰਪੋਰਟੈਂਟ ਸੈਗਮੈਂਟ ਆ। ਹੁਣ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ, ਇਹਨਾਂ ਨੇ ਕੇਜਰੀਵਾਲ ਨੇ ਇੱਕ ਕਿਤਾਬ ਲਿਖੀ ਸਵਰਾਜ। ਉਹ ਸਵਰਾਜ ਦੇ ਵਿੱਚ ਬੜੀਆਂ ਵੱਡੀਆਂ ਗੱਲਾਂ ਕਹੀਆਂ ਗਈਆਂ ਸੀ। ਉਸ ਨੂੰ ਉਸ ਦੇ ਪੱਤਰੇ ਖੋਲ ਕੇ ਦੇਖ ਲਓ ਵੀ ਉਹਦੇ 'ਚ ਕੀ ਕਿਹਾ ਸੀ ਕੇਜਰੀਵਾਲ ਨੇ। ਕੀ ਉਹਦੇ ਵਿੱਚੋਂ ਇੱਕ ਵੀ ਚੀਜ਼ ਇੰਪਲੀਮੈਂਟ ਹੋਈ ਆ, ਜਾਂ ਦਿੱਲੀ ਦੇ ਵਿੱਚ ਹੋਈ ਹੋਵੇ ਜਾਂ ਪੰਜਾਬ ਦੇ ਵਿੱਚ ਹੋਈ? ਖਾਸ ਤੌਰ ਤੇ ਲਿਕਰ ਦੇ ਉੱਤੇ ਉਸਦੇ ਕਮੈਂਟ ਆ, ਸਵਰਾਜ ਜਿਹੜੀ ਕਿਤਾਬ ਲਿਖੀ ਵੀ ਹੈ ਕੇਜਰੀਵਾਲ ਦੀ, ਵੀ ਅਸੀਂ ਤਾਂ ਪ੍ਰੋਹਿਬਿਸ਼ਨ ਲੈ ਕੇ ਆਵਾਂਗੇ, ਅਸੀਂ ਸ਼ਰਾਬ ਬੰਦ ਹੀ ਕਰਾ ਦਾਂਗੇ। ਤੋਂ ਮੇਰਾ ਮਤਲਬ ਕਹਿਣ ਦਾ, ਬੰਦ ਕਰਾਉਣ ਦੀ ਜਗ੍ਹਾ ਉਹਦੇ ਸਾਰੇ ਪ੍ਰਣਾਲੇ ਖੋਲਤੇ। ਤੋਂ ਕਿਸ ਤਰੀਕੇ ਦੇ ਨਾਲ ਉਸ ਵਿੱਚ ਕਿੰਨੇ ਵੱਡੇ ਘੁਟਾਲੇ ਕੀਤੇ ਆ। ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਹੁਣ ਤੁਸੀਂ ਉਹੀ ਚੀਜ਼ ਕਰ ਰਹੇ ਹੋ। ਤੋਂ ਸਵਰਾਜ ਫਿਰ ਇਸੇ ਤਰੀਕੇ ਨਾਲ ਲੋਕਪਾਲ ਦੇ ਇਸ਼ੂ ਦੇ ਉੱਤੇ ਹਜ਼ਾਰੇ ਦੀ ਲੀਡਰਸ਼ਿਪ ਦੇ ਵਿੱਚ ਇਹ ਬਹੁਤ ਵੱਡੀ ਸਟਰਗਲ ਚੱਲੀ ਸੀ। ਲੋਕਾਂ ਨੂੰ ਉਮੀਦ ਸੀ ਵੀ ਕਿ ਇਸ ਕਿਸਮ ਦਾ ਇੰਸਟੀਟਿਊਸ਼ਨ ਬਣੇਗਾ ਜਿਸ ਦੇ ਕੋਲ ਸ਼ਿਕਾਇਤਾਂ ਕੀਤੀਆਂ ਜਾ ਸਕਦੀਆਂ, ਕਰਪਟ ਚੀਫ ਮਿਨਿਸਟਰ ਦੀਆਂ, ਕਰਪਟ ਪ੍ਰਾਈਮ ਮਿਨਿਸਟਰ ਦੀਆਂ, ਹੋਰ ਮਿਨਿਸਟਰਾਂ ਦੀਆਂ, ਹੋਰ ਵੱਡੇ ਅਹੁਦੇਦਾਰਾਂ ਦੀਆਂ, ਔਰ ਇੰਪਾਰਸ਼ਲੀ ਉਹ ਉਸ ਗੱਲ ਦੀ ਛਾਣਬੀਨ ਕਰਕੇ ਉਹਨਾਂ ਨੂੰ ਸਜ਼ਾ ਦੇ ਸਕਦਾ। ਕਿੱਥੇ ਆ ਲੋਕਪਾਲ? ਕਿੱਥੇ ਆ ਸਵਰਾਜ? ਤੋਂ ਕਿੱਥੇ ਗਈ ਸਵਰਾਜ? ਤੇ ਜਿਹੜੀਆਂ ਚੀਜ਼ਾਂ ਤੁਹਾਡੀਆਂ ਲਿਖਤੀ ਰੂਪ ਦੇ ਵਿੱਚ ਪਈਆਂ, ਉਸੇ ਦਾ ਰੈਫਰੈਂਸ ਦੇ ਕੇ ਸਵਰਾਜ ਕਿਤਾਬ ਦਾ, ਜਿਸ ਦਾ ਆਥਰ ਕੇਜਰੀਵਾਲ ਹੈ, ਅੰਨਾ ਹਜ਼ਾਰੇ ਨੇ ਇਹਨੂੰ ਚਿੱਠੀ ਲਿਖੀ ਆ ਵੀ ਤੂੰ ਆਪਣੀ ਕਿਤਾਬ ਦੇ ਵਿੱਚ ਜੋ ਸ਼ਰਾਬ ਬਾਰੇ ਲਿਖਿਆ ਸੀ ਉਸ ਨੂੰ ਇੰਪਲੀਮੈਂਟ ਕੀਤਾ ਕਿ ਉਹਦੇ ਉਲਟ ਕੀਤਾ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਜੋ ਕਹਿਣ ਵਾਲੀ ਗੱਲ ਹੋਰ ਆ, ਕਰਨ ਵਾਲੀ ਗੱਲ ਹੋਰ ਆ। ਇਹ ਗੱਲ ਕਦੇ ਚੱਲੇਗੀ ਨਹੀਂ, ਇਹ ਗੱਲ ਐਕਸੈਪਟੇਬਲ ਨਹੀਂ ਹੁੰਦੀ ਦੁਨੀਆ ਦੇ ਵਿੱਚ। ਬਹੁਤ ਧੰਨਵਾਦ ਜੀ ਸਰਦਾਰ ਜਰਨੈਲ ਸਿੰਘ ਜੀ। ਉਮੀਦ ਹੈ ਸੁਰਜੀਤ ਸਿੰਘ ਉਹਨਾਂ ਨੂੰ ਜਵਾਬ ਮਿਲ ਗਿਆ ਹੋਵੇਗਾ ਜੀ। ਸੁਰਜੀਤ ਸਿੰਘ ਜੀ, ਤੁਸੀਂ ਜਰਨੈਲ ਸਿੰਘ ਤੁਸੀਂ ਇੱਥੇ ਹੋ ਜੀ, ਸਵਾਗਤ ਹੈ ਤੁਹਾਡਾ ਲਾਈਨ 1 ਜੀ। ਮੈਂ ਢਿੱਲੋਂ ਸਾਹਿਬ ਨੂੰ 2 ਗੱਲਾਂ ਪੁੱਛੀਆਂ। ਆਵਾਜ਼ ਉੱਚੀ ਕਰੋ ਜੀ ਤੁਹਾਡੀ। ਹਾਂਜੀ, ਪਾਰਟੀ ਜਿਹੜੀ ਆ ਤੇ ਉਹ ਕਰਪਟ ਪਾਰਟੀ ਆ ਦੇਸ਼ ਦੀ। ਉਹ ਦਿੱਲੀ 'ਚ ਪੜ੍ਹੀ ਲਿਖੀ ਜਨਤਾ ਨੇ ਉਹਨਾਂ ਨੂੰ ਦੁਬਾਰਾ ਕਿਉਂ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਕੀਤਾ? ਪਹਿਲਾ ਕੁਐਸਚਨ ਮੇਰਾ ਇਹ ਆ। ਨੰਬਰ 2, ਭਗਵੰਤ ਦੀ ਸ਼ਾਦੀ ਤੇ ਨਹੀਂ ਆਖਿਆ ਜੇ ਫਰਜ਼ ਤੋਂ ਇਹਨਾਂ ਦੀ ਸ਼ਾਦੀ, ਜੇ ਇਹਨਾਂ ਦੀ ਉਮਰ ਦੇ ਵਿੱਚ ਇਹਨਾਂ ਦਾ ਤਲਾਕ ਹੋ ਜਾਂਦਾ ਤੇ ਦੁਬਾਰਾ ਸ਼ਾਦੀ ਕਰਨੀ ਚਾਹੁੰਦੇ ਸੀ ਕਿ ਨਹੀਂ ਚਾਹੁੰਦੇ ਸੀ? ਇਹਨਾਂ ਦੇ ਕਰੈਕਟਰ ਦੀ ਗੱਲ ਹੈ। ਨੰਬਰ 3, ਬਹੁਤ ਧੰਨਵਾਦ ਜੀ। ਗਵਰਨਮੈਂਟ ਜਿਹੜੀ ਆ, ਦੋਨੇ ਸਵਾਲ ਡਾਕਟਰ ਸਮਝਗੇ ਤੁਸੀਂ? ਪਹਿਲਾ ਸਵਾਲ ਇਹ ਸੀ ਕਿ ਦਿੱਲੀ ਦੀ ਪੜ੍ਹੀ ਲਿਖੀ ਜਨਤਾ ਨੇ ਕੇਜਰੀਵਾਲ ਸਰਕਾਰ ਨੂੰ ਚੁਣਿਆ, ਤੇ ਦੂਜਾ ਸਵਾਲ ਇਹਨਾਂ ਦਾ ਇਹ ਹੈ ਕਿ ਜੇ ਭਗਵੰਤ ਮਾਨ ਨੇ ਸ਼ਾਦੀ ਕਰਾਈ ਹੈ ਤੇ ਉਹ ਕਹਿੰਦੇ ਵੀ ਜੇ ਤੁਸੀਂ, ਤੁਹਾਡੇ ਨਾਲ ਕੋਈ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਗੱਲ ਹੋ ਜਾਂਦੀ, ਤੁਸੀਂ ਵੀ ਦੁਬਾਰਾ ਸ਼ਾਦੀ ਕਰਾਉਂਦੇ ਕਿ ਨਾ ਕਰਾਉਂਦੇ ਜੀ? ਇਹ ਸਵਾਲ ਹੈ ਜੀ। ਬਹੁਤ ਧੰਨਵਾਦ ਜੀ ਇਹ ਤਾਂ ਬੜਾ ਜਰਨੈਲ ਸਿੰਘ ਜੀ, ਧੰਨਵਾਦ। ਹਾਂਜੀ, ਬਸ ਸਵਾਲ ਆ ਰਿਹਾ ਜੀ, ਤੁਹਾਡਾ ਜਵਾਬ ਆ ਰਿਹਾ। ਹਾਂਜੀ, ਅਗਲਾ ਸਵਾਲ ਆ ਜਿਹੜਾ ਇਹਨਾਂ ਦਾ ਦੂਜਾ ਕੁਐਸਚਨ ਆ। ਇੱਕ ਮਿੰਟ ਪਹਿਲਾਂ ਸੁਣ ਲਓ ਜੀ, ਜਵਾਬ ਸੁਣ ਲਓ ਪਹਿਲਾਂ। ਤੁਸੀਂ ਸਾਰੇ ਸਵਾਲ, ਕੁਲਦੀਪ ਸਿੰਘ ਸਾਰੇ ਸਵਾਲ ਲੈ ਲਓ, ਫਿਰ ਜਵਾਬ ਲੈਣੇ ਢਿੱਲੋਂ ਤੋਂ। ਭਾਈ ਸਾਹਿਬ ਜੀ, ਉਹ ਕਾਲਰ ਮੇਰੇ ਕੋਲ 1 ਸਕਿੰਟ ਲਈ ਵੀ ਲਾਈਨ ਵੇਲੀ ਨਹੀਂ ਹੋ ਰਹੀ, ਦੋਨਾਂ ਦੇ ਜਵਾਬ ਲੈ ਲੈਣੇ ਆਪਾਂ ਪਹਿਲਾਂ।
ਹੋਲਡ ਕਰਕੇ ਰੱਖੋ ਤੁਸੀਂ। ਹਾਂਜੀ ਅੱਛਾ, ਇਹ ਕਹਿੰਦੇ ਆਮ ਆਦਮੀ ਪਾਰਟੀ ਸਿਕਿਉਰਿਟੀ ਨਹੀਂ ਚਾਹੀਦੀ, ਇਹ ਤਾਂ ਭਾਈ ਸਾਹਿਬ ਜੀ ਤੁਸੀਂ 1 ਮਿੰਟ ਪਹਿਲਾਂ ਜਵਾਬ ਪਹਿਲਾਂ ਲੈ ਲਓਗੇ ਦੋਵਾਂ ਦੇ, ਫਿਰ ਤੀਜਾ ਸਵਾਲ ਕਰਿਓ। ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ, ਹੋਲਡ ਕਰੋ ਪਲੀਜ਼, ਤੁਹਾਡੀ ਗੱਲ ਸੁਣ ਰਹੇ ਆ, ਤੁਹਾਡੇ ਜਵਾਬ ਦੇ ਰਹੇ ਨੇ। ਹਾਂਜੀ ਹਾਂਜੀ ਡਾਕਟਰ ਸਾਹਿਬ। ਹਾਂਜੀ, ਇੱਕ ਤਾਂ ਪਹਿਲਾ ਸਵਾਲ ਕੀ ਸੀ ਇਹਨਾਂ ਦਾ, ਮੈਨੂੰ ਪਹਿਲਾ ਸਵਾਲ ਇਹ ਸੀ ਕਿ ਦਿੱਲੀ ਦੇ ਪੜ੍ਹੇ ਲਿਖੇ ਲੋਕਾਂ ਨੇ ਜੇ 2 ਵਾਰੀ ਚੁਣਿਆ ਹੈ ਤੇ ਉਹ ਤਾਂ ਹੀ ਸੱਤਾ ਦੇ ਵਿੱਚ ਆਏ ਨੇ, ਪੰਜਾਬ ਦੇ ਵਿੱਚ ਵੀ ਜੇ ਚੁਣੇ ਆ ਤਾਂ ਹੀ ਸੱਤਾ ਚ ਆਏ ਨੇ। ਹਾਂ ਬਿਲਕੁਲ ਠੀਕ ਹੈ। ਜੇ ਕੋਈ ਬੰਦਾ ਲੋਕਾਂ ਨੂੰ ਗੁੰਮਰਾਹ ਕਰਕੇ ਇੱਕ ਆਪਣਾ ਫਾਲਸ ਫਿਗਰ ਲੈ ਕੇ ਅੱਗੇ ਆਉਂਦਾ ਤਾਂ ਲੋਕ ਗੁੰਮਰਾਹ ਹੋ ਜਾਂਦੇ ਆ। ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਚੁਣਿਆ ਤੇ ਜਿਹੜੀ ਪਾਰਲੀਮੈਂਟ ਦੀ ਜਦੋਂ ਚੋਣ ਹੋਈ ਆ ਤਾਂ ਇਹਨਾਂ ਦਾ ਇੱਕ ਵੀ ਮੈਂਬਰ ਨਹੀਂ ਗਿਆ, ਮਾਫ ਕਰਨਾ। ਉੱਥੇ ਦੇ 7 ਦੇ 7 ਮੈਂਬਰ ਹੀ ਬੀਜੇਪੀ ਜਿੱਤੀ ਆ। ਇਹਨਾਂ ਸਰਦਾਰ ਸਾਹਿਬ ਨੂੰ ਇਸ ਗੱਲ ਦਾ ਨਹੀਂ ਪਤਾ, ਮੇਰਾ ਖਿਆਲ ਇਹ ਗੱਲ ਇਹਨਾਂ ਨੂੰ ਸੁਣ ਦੂਜੀ ਗੱਲ ਇਹਨਾਂ ਨੇ ਕਹੀ ਆ, ਪਤਾ ਲੱਗ ਗਿਆ ਨਾ ਇਹਨਾਂ ਨੂੰ। ਤਾਂ ਦੂਜੀ ਗੱਲ ਇਹਨਾਂ ਨੇ ਕਹੀ ਆ ਵੀ ਮੇਰਾ ਜੇ ਡਿਵੋਰਸ, ਉਹ ਬੇਵਕੂਫ ਆਦਮੀ, ਮੇਰਾ ਜੇ ਡਿਵੋਰਸ ਹੁੰਦਾ ਤਾਂ ਮੈਂ ਉਸ ਵੇਲੇ ਦੇਖਦਾ ਕੀ ਐਕਸ਼ਨ ਲੈਣਾ। ਤੁਸੀਂ ਤਾਂ ਇੱਕ ਤੁਹਾਡੇ ਬੱਚੇ ਵੀ ਆ, ਤੁਹਾਡੀ ਜਵਾਨ ਔਰਤ ਵੀ ਆ, ਯੂ ਹੈਵ ਸਮ ਮੋਰਲ ਕਮਿਟਮੈਂਟ। ਫੈਮਿਲੀ ਇੰਸਟੀਟਿਊਸ਼ਨ ਸਭ ਤੋਂ ਵੱਡੀ ਦੇਣ ਆ ਧਰਮ ਦੀ, ਦੁਨੀਆ ਨੂੰ, ਮਾਨਵਤਾ ਨੂੰ, ਔਰ ਉਹਦੀ ਸੈਕ੍ਰਿਡਿਟੀ ਆ। ਅਸੀਂ ਜਦੋਂ ਲਾਵਾਂ ਲੈਂਦੇ ਆ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਤਾਂ ਚਾਰੇ ਪਾਸੇ ਅਸੀਂ ਕੀ ਕਹਿੰਦੇ ਆ ਮਹਾਰਾਜ ਨੂੰ ਕਿ ਅਸੀਂ ਤੇਰੇ ਸਾਹਮਣੇ ਕਮਿਟਡ ਆ ਵਿਦ ਈਚ ਅਦਰ, ਔਰ ਤੇਰੀ ਮਤਲਬ ਰਹਿਮਤ ਦੇ ਵਿੱਚ, ਤੇਰੀ ਪ੍ਰੈਜ਼ੈਂਸ ਦੇ ਵਿੱਚ ਅਸੀਂ ਇਹ ਗੱਲ ਕਰਨ ਲੱਗੇ ਹਾਂ। ਤੋ ਇਸ ਕਰਕੇ ਮਹਾਰਾਜ ਜੀ ਥੋੜਾ ਬਹੁਤਾ ਅਕੋਮੋਡੇਸ਼ਨ ਇੱਕ ਦੂਜੇ ਨੂੰ ਦੇਣੀ ਪਏਗੀ, ਸਮਝੇ ਕਿ ਨਹੀਂ? ਇਹ ਤਾਂ ਨਹੀਂ ਹੋ ਸਕਦਾ ਵੀ ਮੇਰੇ ਨਾਲ ਨਹੀਂ ਚੱਲੀ ਚੱਲ ਬਾਹਰ। ਡਾਕਟਰ ਸਾਹਿਬ ਜਰਨੈਲ ਸਿੰਘ ਜੀ ਤੀਜਾ ਸਵਾਲ ਵੀ ਆਣ ਦਿਓ ਜੀ। ਇੱਕ ਤਾਂ ਵੀ ਆਖਿਆ ਮੂਰਖ ਆਦਮੀ ਨੂੰ, ਮੈਨੂੰ ਆਖਿਆ ਚਲੋ ਤੀਜਾ ਸਵਾਲ ਦੱਸੋ ਜੀ ਤੁਸੀਂ। ਹੋ ਸਕਦਾ ਤੁਸੀਂ ਸਾਰਿਆਂ ਨੂੰ ਭੰਡੀ ਤੁਰੇ ਜਾਂਦੇ ਆ ਇੱਕ ਪਾਸੇ। ਤੀਜਾ ਸਵਾਲ ਤੁਹਾਡਾ ਹੈ ਜੀ ਕੋਈ? ਲੁੱਟ ਨੇ, ਕੈਪਟਨ ਨੇ ਲੁੱਟ ਕਿੰਨੀ ਕੀਤੀ ਹੈ ਇਹਨਾਂ ਨੂੰ, ਇਹ ਨਹੀਂ ਕੁਝ ਨਹੀਂ। ਆਮ ਆਦਮੀ ਪਾਰਟੀ ਇਹਨਾਂ ਨੂੰ ਸਿਕਿਉਰਿਟੀ ਨਹੀਂ ਚਾਹੀਦੀ, ਫਲਾਣਾ ਨਹੀਂ ਚਾਹੀਦਾ, ਇਹ ਤਾਂ ਦੂਜੇ ਤੇ ਮਰਵਾ ਦੇਣਾ ਸੀ, ਇਹਨੂੰ ਭਗਵੰਤ ਨੂੰ ਨਹੀਂ। ਨੰਬਰ 3 ਇਹਨਾਂ ਨੇ ਸਿੱਖੀ। ਅਗਲੇ ਕੱਲ ਦੇ ਜੀ ਤੁਸੀਂ ਇੱਥੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੰਖੇਪ ਰੱਖਿਓ ਸਵਾਲ ਜੀ। ਸੰਖੇਪ ਜੀ ਹੈ ਜੀ। ਦੇਖੋ ਜੀ ਨਾ, ਆਪਣੇ ਨੇ ਡਾਕਟਰ ਸਾਹਿਬ ਦਾ ਧੰਨਵਾਦ, ਕਿਉਂਕਿ ਅਸੀਂ ਜਿਹੜੀ ਬੀਜੇਪੀ ਦਾ ਹੈਗਾ ਮੈਂ ਵਰਕਰ ਖਿਲਾਫ ਆ ਸੀ ਕੇਜਰੀਵਾਲ ਦੇ, ਤੇ ਅਸੀਂ ਉਹਨੂੰ ਚਾਹੁੰਦੇ ਵੀ ਉਹ ਖਤਮ ਹੋਵੇ, ਵੀ ਠੀਕ ਆ ਪਾਰਟੀ ਵੀ ਉਹ ਭ੍ਰਿਸ਼ਟਾਚਾਰ ਦਾ ਮੁੱਦਾ ਲੈ ਕੇ ਭਾਰਤ ਨੂੰ ਮੁਕਤ ਕਰਨਾ ਚਾਹੁੰਦਾ ਭ੍ਰਿਸ਼ਟਾਚਾਰ ਤੋਂ, ਤੇ ਸਾਡੇ ਖਿਲਾਫ ਆ ਉਹ ਬੀਜੇਪੀ ਦੇ। ਡਾਕਟਰ ਸਾਹਿਬ ਵੀ ਖਿਲਾਫ ਉਹਦੇ, ਬਹੁਤ ਵਧੀਆ ਇਹਨਾਂ ਨੇ ਦੱਸਿਆ ਉਹਦੇ ਬਾਰੇ। ਤੇ ਦੂਜਾ ਸੀਗਾ ਵੀ ਜਿਹੜਾ ਇੱਕ ਮੇਰਾ ਸਵਾਲ ਹੈਗਾ ਜੇ ਇਹ ਉੱਤਰ ਦੇ ਦੇਣ। ਦੇਖੋ ਵੀ ਇਹਨਾਂ ਨੇ ਆਪ ਹੀ ਕਿਹਾ ਵੀ 10 ਗੁਰੂਆਂ ਨੇ ਸਿੱਖੀ ਨੂੰ ਕਿੱਥੋਂ ਤੱਕ ਲਿਆਂਦਾ, ਸਿੱਖ ਰਾਜ ਹੋ ਗਿਆ। ਅੱਜ ਦਾ ਮਸਲਾ ਮੈਂ ਸਦਾ ਉਠਾਉਣਾ, ਰਾਜਸਥਾਨੀ ਕਹਾਉਣਾ ਮੈਂ, ਜਿਹੜਾ ਮੇਰੀ ਥਿਉਰੀ ਹੈਗੀ ਆ ਵੀ ਸਭ ਤੋਂ ਖਤਰਾ ਪੰਥ ਨੂੰ ਕਿੱਥੋਂ ਹੈਗਾ, ਹੁਣ ਲੋਕਾਂ ਦੇ ਸਾਹਮਣੇ ਆ ਗਿਆ। ਕਦੇ ਤੁਸੀਂ ਉਹਦੇ ਤੇ ਇਲਜ਼ਾਮ ਲਾਤਾ, RS ਤੇ ਲਾਤਾ, ਕਾਂਗਰਸ ਤੇ ਲਾਤਾ, ਅੰਦਰੋਂ ਖਤਰਾ ਪੈਦਾ ਹੋਇਆ। ਇਹਨੂੰ ਦੂਰ ਕਿਵੇਂ ਕਰੋਗੇ? ਥੋੜਾ ਜਿਹੜਾ ਪੰਥ ਇਹ ਡਾਕਟਰ ਸਾਹਿਬ ਕਰਦੇ ਰਹਿੰਦੇ ਹੈਗੇ ਆ, ਇਹਦਾ ਸੋਲੂਸ਼ਨ ਕੀ ਹੈਗਾ? ਪੰਥ ਨੂੰ ਕਿਵੇਂ ਸਾਫ਼ ਕਰੋਗੇ? ਅਜੇ ਮਸੰਦ ਸਿਸਟਮ ਪੈਦਾ ਹੋ ਗਿਆ, ਸਿੱਖੀ ਤੇ ਕਬਜ਼ਾ ਕਰ ਲਿਆ। ਪੰਥ ਪ੍ਰੀਤ ਸਿੰਘ ਕਿਹੋ ਜਿਹਾ ਬੰਦਾ ਸੀ, ਉਹਨੂੰ ਖਤਮ ਕਰ ਦਿੱਤਾ, ਪੰਜਾਬ ਵਾਲਾ ਖਤਮ ਕਰ ਦਿੱਤਾ। ਜਿਹੜਾ ਕੋਈ ਸਿੱਖ ਪੈਦਾ ਹੁੰਦਾ ਮੂਹਰੇ ਆਉਣਾ ਚਾਹੁੰਦਾ ਸਿੱਖੀ ਦੇ ਮੂਹਰੇ, ਹੁਣ ਤਾਂ ਸਾਡੇ ਸਿੱਖੀ ਮਰਵਾਈ ਜਾਂਦੇ ਹੈਗੇ ਆ। ਇਹਦਾ ਜਵਾਬ ਦੇਵੇ ਮੈਨੂੰ। ਹਾਂਜੀ ਡਾਕਟਰ ਸਾਹਿਬ ਸਵਾਲ ਸਮਝ ਆ ਗਿਆ ਰਾਜਸਥਾਨੀ ਜੀ ਦਾ? ਨਹੀਂ, ਥੋੜਾ ਜਿਹਾ ਬਰੀਫਲੀ ਮੈਨੂੰ ਦੱਸ ਦਿਓ। ਅੱਛਾ, ਬਸ ਉਹੀ ਚਾਹੁੰਦੇ ਆ ਵੀ ਪੰਥ ਨੂੰ, ਇਹ ਤਾਂ ਸਾਰੇ ਦੁਖੀ ਹੋ ਗਿਆ ਹੈ, ਤੇ ਪੰਥ ਹਿਤੈਸ਼ੀ ਕੌਣ ਨੇ, ਪੰਥ ਨੂੰ ਚੜ੍ਹਦੀ ਕਲਾ 'ਚ ਕਿਵੇਂ ਲਿਆਈਏ ਜੀ? ਮੈਂ ਦੱਸਦਾ। ਸੋਲੂਸ਼ਨ ਕੀ ਹੈ? ਕਲੈਕਟਿਵ ਲੀਡਰਸ਼ਿਪ, ਪੰਥ ਲਈ ਕਲੈਕਟਿਵ ਲੀਡਰਸ਼ਿਪ ਚਾਹੀਦੀ ਹੈ, ਇੰਡੀਵਿਜੂਅਲ ਲੀਡਰ ਨਹੀਂ ਚਾਹੀਦਾ। ਇਸੇ ਕਿਸਮ ਦੀ ਜਿਹੜੀ ਲੀਡਰਸ਼ਿਪ ਗੁਰੂ ਨੇ ਪ੍ਰੋਜੈਕਟ ਕੀਤੀ ਸੀ 5 ਪਿਆਰਿਆਂ ਦੇ ਵਿੱਚ। ਜਿਹੜਾ ਬੰਦਾ ਸਿੰਘ ਬਹਾਦਰ ਆਇਆ ਸੀ ਪੰਜਾਬ ਦੇ ਵਿੱਚ, ਉਸ ਦੇ ਨਾਲ ਬੰਦੇ ਲਾਏ ਗਏ ਸੀ, ਸਮਝੇ ਕਿ ਨਹੀਂ? ਉਹ ਇੰਡੀਵਿਜੂਅਲ ਨਹੀਂ ਸੀ, ਉਸ ਦੇ ਨਾਲ ਬੰਦੇ ਲੱਗ ਕੇ ਤਾਂ ਤਾਕਤ ਬਣੀ ਸੀ, ਤਾਂ ਕਿੱਡੀ ਵੱਡੀ ਸਲਤਨਤ ਨੂੰ ਉਹਨੇ ਉਲਟਾ ਕੇ ਸਿੱਟ ਦਿੱਤਾ ਸੀਗਾ। ਕਿੱਡਾ ਬੜਾ ਰੈਵੋਲੂਸ਼ਨ ਸੀ ਉਹ, ਬੜਾ। ਉਹ ਇਸ ਕਰਕੇ ਰੈਵੋਲੂਸ਼ਨ ਸੀ ਕਿ ਉਸ ਦੇ ਵਿੱਚ ਸੰਗਤ ਦੀ ਔਰ ਦੂਸਰੇ ਪਾਸੇ 5 ਪਿਆਰਿਆਂ ਦੀ ਤਾਕਤ ਸੀ, ਗੁਰੂ ਦੀ ਜਿਹੜੀ
ਵਿਚਾਰਧਾਰਾ ਸੀ ਉਸ ਦੇ ਪਿੱਛੇ ਖੜੀ ਸੀ। ਤੋ ਇਸ ਕਰਕੇ ਜ਼ਰੂਰਤ ਆ ਅੱਜ ਵੀ ਅਸੀਂ ਉਸੇ ਚੀਜ਼ ਨੂੰ ਰਿਵਾਈਵ ਕਰਨ ਦੀ ਜ਼ਰੂਰਤ ਆ ਕਿ ਪੰਜ ਪਿਆਰੇ ਜਿਹੜੇ ਪੰਥਕ ਕਲੈਕਟਿਵ ਲੀਡਰਸ਼ਿਪ ਲੈ ਕੇ ਆਈਏ, ਨਾ ਕਿ ਇੰਡੀਵਿਜੂਅਲ ਲੀਡਰਸ਼ਿਪ। ਇੰਡੀਵਿਜੂਅਲ ਕਦੇ ਵੀ ਬਿਟਰੇ ਕਰ ਸਕਦਾ, ਉਸ ਦੇ ਅੱਗੇ ਆਪਣਾ ਪਰਿਵਾਰ ਲਾ ਸਕਦਾ, ਉਸ ਦੇ ਵਿੱਚ ਆਪਣਾ ਸਵਾਰਥ ਆ ਸਕਦਾ, ਉਸ ਦੇ ਵਿੱਚ ਹੋਰ ਕਿਸਮ ਦੀਆਂ ਕੰਸੀਡਰੇਸ਼ਨ ਆ ਸਕਦੀਆਂ। ਔਰ ਉਹ ਜਿਹੜੀ ਕਲੈਕਟਿਵ ਲੀਡਰਸ਼ਿਪ ਆ ਉਹ ਜੇ ਕੋਈ ਡਿਵੀਏਟ ਕਰੇ, ਹਿੱਲੇ ਆਪਣੇ ਉਸ ਮਕਸਦ ਤੋਂ, ਉਸ ਨੂੰ ਖੜਾ ਕਰਕੇ ਸਜ਼ਾ ਦੇਵੇ। ਇਸੇ ਕਿਸਮ ਦੀ ਗੱਲ ਕਰਦੇ ਰਹੇ ਆ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦਾ ਰਿਹਾ ਮਹਾਰਾਜਾ ਰਣਜੀਤ ਸਿੰਘ। ਤੋ ਉਸ ਕਿਸਮ ਦੀ ਲੀਡਰਸ਼ਿਪ ਲੈ ਕੇ ਆਈਏ ਜਿਹਦੇ ਵਿੱਚ ਕਲੈਕਟਿਵ ਲੀਡਰਸ਼ਿਪ ਹੋਵੇ, ਜਿਹਦੇ ਵਿੱਚ ਮੋਰਲ ਸਟਰੈਂਥ ਹੋਵੇ, ਉਹ ਆਵੇ। ਉਸ ਦੇ ਨਾਲ ਟੋਟਲੀ ਮਤਲਬ ਇੱਕ ਚੇਂਜ ਆ ਜਾਏਗੀ, ਟੋਟਲੀ ਇੱਕ ਟ੍ਰਾਂਸਫਰਮੇਸ਼ਨ ਹੋ ਜਾਏਗੀ। ਹੋਲ ਤੇ ਨੇ ਸਿਰਫ ਇਹਨਾਂ ਨਾਲ ਹੀ ਗੱਲਬਾਤ ਕਰਾਂਗੇ। ਹੋਰ ਕਾਲਰ ਕਿਰਪਾ ਕਰਕੇ ਕਾਲ ਲੰਘਦੇ ਹੋ, ਬੇਨਤੀ ਹੈ ਕਿ ਸਮਾਂ ਕਾਫੀ ਹੋ ਗਿਆ। ਸਰਦਾਰ ਕਿਰਪਾਲ ਸਿੰਘ ਗਰਚਾ ਜੀ, ਤੁਹਾਡਾ ਸਵਾਗਤ ਹੈ ਜੀ ਸਾਂਝ ਦੇ ਵਿੱਚ। ਜੀ ਵੀਰ ਜੀ, ਮੈਂ ਵੀ ਗੱਲ ਨੂੰ ਸ਼ਾਰਟ ਕਰਾਂਗਾ। ਮੇਰੇ ਕੋਲ ਕੋਈ ਡਾਕਟਰ ਸਾਹਿਬ ਨੂੰ ਕੋਈ ਕੁਐਸਚਨ ਕਰਨਾ ਮੇਰੇ ਕੋਲ ਹੈ ਨਹੀਂ। ਮੈਂ ਤਾਂ ਸਿਰਫ ਇਹਨਾਂ ਦੀ ਗੱਲਾਂ ਦੀ ਪ੍ਰੋੜਤਾ ਕਰਦਾ ਤੇ ਜਿਹੜੀ ਕਿ ਸਿੱਖ ਕੌਮ ਤੇ ਭੁੱਲ ਚੁੱਕੀ ਆ ਐਨਾਲਿਸਿਸ ਕਰਨਾ। ਜੇ ਐਨਾਲਿਸਿਸ ਨਹੀਂ ਕਰਦੇ ਤਾਂ ਸਾਡਾ ਨੁਕਸਾਨ ਹੋ ਰਿਹਾ। ਅਸੀਂ ਸੈਲਫ ਐਨਾਲਿਸਿਸ, ਜਦੋਂ ਗਲਤੀਆਂ ਹੁੰਦੀਆਂ ਅਸੀਂ ਉਹਨੂੰ ਵਿਚਾਰਦੇ ਨਹੀਂ ਕਿ ਪਿੱਛੋਂ ਕਾਰਨ ਕੀ ਸੀਗੇ ਜਿਹਦਾ ਸਾਨੂੰ ਨੁਕਸਾਨ ਹੋ ਰਿਹਾ ਬਾਰ-ਬਾਰ। ਸਾਤੋਂ ਤਾਂ ਹੀ ਕੋਈ ਚਾਹੀਦੀ ਗੌਰਮੈਂਟ ਸਾਤੋਂ ਚੋਣ ਨਹੀਂ ਹੋ ਰਹੀ। ਸੈਕੰਡਲੀ ਜਿਹੜਾ ਕਿਰਦਾਰ ਦੀ ਗੱਲ ਕੀਤੀ ਆ ਤੇ ਬਿਲਕੁਲ ਸਹੀ ਗੱਲ ਹੋ ਜੀ। ਤੁਸੀਂ ਦੇਖੋ ਕਿੰਨੇ ਵਾਰ ਅਸੀਂ ਇੱਥੇ ਆਏ ਹਾਂ ਤਾਂ ਸਾਡੇ ਕਰੈਕਟਰ ਕੀ ਆ, ਅਸੀਂ ਕਿੰਨਾ ਝੂਠ ਬੋਲਦੇ ਹਾਂ। ਕੋਈ ਬੰਦਾ ਬਾਂਹ ਖੜੀ ਕਰਕੇ ਗਏ ਤੇ ਮੈਂ ਝੂਠ ਨਹੀਂ ਬੋਲਦਾ, ਝੂਠ ਹੀ ਉਹ ਬੋਲਿਆ ਜਾਂਦਾ ਜਿਹੜਾ ਕਿ ਇੱਕ ਸਿੱਖੀ ਨੂੰ ਢਾਹ ਪੇ ਲਾ ਰਿਹਾ। ਬਹੁਤ ਸਾਰੀਆਂ ਗੱਲਾਂ ਹੈਗੀਆਂ ਕਰਦੀਆਂ, ਪਰ ਇਹਨਾਂ ਦੀ ਗੱਲਾਂ ਸੱਚੀਆਂ ਪਰ ਕੌੜੀਆਂ ਲੱਗਦੀਆਂ। ਉਹ ਲੋਕਾਂ ਕੋਲ ਕੁਐਸਚਨ ਵੀ ਉਹਦੇ ਅਕੋਰਡਿੰਗਲੀ ਹੈ ਨਹੀਂ। ਪੰਜਾਬ ਦਾ ਜਿਹੜਾ ਸਿਸਟਮ ਆ, ਪੰਜਾਬ ਦਾ ਸਿਸਟਮ, ਕੁਲਦੀਪ ਸਿੰਘ ਜੀ, ਸਿਸਟਮ ਆਪਣੇ ਉੱਥੇ ਸਾਡੀ ਚੋਣ ਨਹੀਂ ਪੂਰੀ ਹੋ ਰਹੀ। ਅਸੀਂ ਸਾਡੂ ਪਾਰਖੂ ਸਾਡੇ ਕੋਲ ਹੈ ਨਹੀਂ। ਭਗਵੰਤ ਮਾਨ ਚੁਆਇਸ ਨਹੀਂ ਸੀ ਲੋਕਾਂ ਦੀ, ਪਰ ਕੇਜਰੀਵਾਲ ਦੇ ਕੋਲ ਹੋਰ ਕੋਈ ਬੰਦਾ ਨਹੀਂ ਮਿਲਿਆ ਕਰਕੇ ਆਪਣੇ ਪਪਟ ਮੱਲ ਪੇ ਮੋਹਰੇ ਬਣਾ ਲਿਆ। ਕੇਜਰੀਵਾਲ ਦਾ ਨੁਕਸਾਨ ਹੋ ਰਿਹਾ ਪੰਜਾਬ ਨੂੰ, ਪੰਜਾਬ ਦੀ ਅਣਖ ਨੂੰ ਵਿਗਾੜਿਆ ਜਾ ਰਿਹਾ ਤੇ ਸਾਡੀ ਵਿੱਚ ਤੁਸੀਂ ਦੇਖੋ ਤੇ ਪਾਕਿਸਤਾਨ ਦੇ ਮੋਹਰੇ ਬੰਦੇ ਆ ਰਹੇ, ਉਹ ਨੁਕਸਾਨ ਪੰਜਾਬ ਦੀ। ਤੇ ਮੈਂ ਤਾਂ ਇਹੀ ਗੱਲ ਕਹੂੰਗਾ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਵੀ ਡਾਕਟਰ ਸਾਹਿਬ ਜੋ ਗੱਲ ਕਰਦੇ ਆ ਉਹ ਐਨਾਲਿਸਿਸ ਕਰਕੇ ਦੇਖੋ ਕਿ ਅਸੀਂ ਕਿੱਥੇ ਖੜੇ ਆ, ਕੀ ਸਾਨੂੰ ਕਰਨਾ ਚਾਹੀਦਾ। ਗੱਲਾਂ ਇਹਨਾਂ ਦੀਆਂ ਬਹੁਤ ਸੱਚੀਆਂ ਵਿਚਾਰਨੀਆਂ ਚਾਹੀਦੀਆਂ ਤੇ ਉਹ ਤੇ ਅਸਰ ਕਰਨਾ ਚਾਹੀਦਾ। ਕਿੰਤੂ ਪਰੰਤੂ ਕਰਨ ਵਾਲਾ ਬਹੁਤਾ ਸਮਾਂ ਹੈ ਨਹੀਂ। ਮੇਰੇ ਕੋਲ ਤਾਂ ਇੰਨਾ ਕੁਛ ਕਰਨ ਨੂੰ ਡਾਕਟਰ ਸਾਹਿਬ ਦੀਆਂ ਗੱਲਾਂ ਬਹੁਤ ਖਰੀਆਂ ਜੀ। ਤੁਹਾਡਾ ਧੰਨਵਾਦ ਜੀ। ਬਹੁਤ ਜੀ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੋਈ ਇਹਨਾਂ ਦਾ ਕੁਝ ਕਹਿਣਾ ਚਾਹੋਗੇ? ਨਹੀਂ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਮੈਂ ਕਿ ਕਿਹੜਾ ਵੀ ਆਪਾਂ ਸਾਰੇ ਰਲ ਮਿਲ ਕੇ ਪੰਥ ਲਈ ਇਕੱਠੇ ਹੋਈਏ, ਉਹਦੀ ਵੈਲਫੇਅਰ ਕਰੀਏ। ਜਿਹੜਾ ਸਾਡਾ ਡਿਪਰਾਈਵਡ ਸੈਕਸ਼ਨ ਹੈ ਕਮਿਊਨਿਟੀ ਦਾ, ਉਹਨੂੰ ਅਪਹੋਲਡ ਕਰੀਏ, ਉਹਦੀ ਸੇਵਾ ਕਰੀਏ, ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਪਰ ਉਠਾਉਣ ਦੀ ਕੋਸ਼ਿਸ਼ ਕਰੀਏ। ਤੋ ਆਪਣਾ ਆਪ ਥੋੜਾ ਬਹੁਤਾ ਗਵਾ ਕੇ ਕਿਸੇ ਗਰੀਬ ਦੀ, ਕਿਸੇ ਲਤਾੜੇ ਹੋਏ ਸਮਾਜ ਦੀ, ਕਿਸੇ ਨਿਹੱਥੇ ਲੋਕ ਦੀ ਸੇਵਾ ਕਰੀਏ, ਚਾਹੇ ਉਹ ਕੋਈ ਵੀ ਹੋਵੇ। ਜਿਸ ਤਰ੍ਹਾਂ ਮੈਂ ਤੁਹਾਨੂੰ ਉਹਦੀ ਬਿਲਕਿਸ ਦੀ ਗੱਲ ਕੀਤੀ ਆ, ਮੁਸਲਿਮ ਕੁੜੀ ਦੀ ਵਿਚਾਰੀ ਦੀ, ਉੱਥੇ ਦੀ ਗੁਜਰਾਤ ਦੀ। ਜੇ ਸਿੱਖ ਉਸ ਨੂੰ ਲੈ ਆਉਣ ਪਿਆਰ ਦੇ ਨਾਲ, ਉਸ ਨੂੰ ਰਿਹੈਬਿਲਿਟੇਟ ਕਰ ਦੇਣ ਪੰਜਾਬ ਦੇ ਵਿੱਚ, ਮੈਂ ਸਮਝਦਾ ਇੱਕ ਬਹੁਤ ਵੱਡਾ ਪ੍ਰਚਾਰ ਹੋਏਗਾ। ਜਿਹੜਾ 100 ਪ੍ਰਚਾਰਕ ਵੀ ਉਸ ਗੱਲ ਦਾ ਤੱਕ ਨਹੀਂ ਪਹੁੰਚ ਸਕਣਗੇ। ਜਿਹੜਾ ਇੱਕ ਐਕਸ਼ਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਬੜੇ ਆਰਾਮ ਨਾਲ ਕਰ ਸਕਦਾ। ਤੋ ਇਸ ਕਿਸਮ ਦੇ ਆਪਾਂ ਐਕਸ਼ਨ ਕਰੀਏ ਸਾਰੇ ਰਲ ਮਿਲ ਕੇ, ਔਰ ਸਾਰੇ ਆਪਾਂ ਸਮਰਪਿਤ ਹੋਈਏ ਗੁਰੂ ਨੂੰ, ਸਾਰੇ ਉਹਦੀ ਵਿਚਾਰਧਾਰਾ ਨੂੰ, ਔਰ ਅੱਛੇ ਬਣੀਏ। ਜਿਸ ਤਰ੍ਹਾਂ ਸਰਦਾਰ ਸਾਹਿਬ ਨੇ ਕਿਹਾ, ਸੱਚਾਈ ਦੇ ਉੱਤੇ ਪਹਿਰਾ ਦਈਏ ਤਾਂ ਕਿ ਸਾਡਾ ਪੰਥ ਜਿਹੜਾ ਗੁਰੂ ਦਾ ਜਿਹੜਾ ਸੰਦੇਸ਼ ਹੈ ਉਹ ਦੁਨੀਆ ਦੇ ਵਿੱਚ ਜਾਵੇ ਔਰ ਸਾਡਾ ਮਾਣ ਸਤਿਕਾਰ ਦੁਨੀਆ ਦੇ ਵਿੱਚ ਸਾਰੇ ਸਮਾਜ ਦੇ ਵਿੱਚ ਫੈਲੇ। ਜੀ ਬਹੁਤ ਬਹੁਤ ਧੰਨਵਾਦ ਜੀ। ਅਗਲੇ ਕਾਲਰ ਨੇ ਸਰਦਾਰ ਜਗਮੇਲ ਸਿੰਘ ਖਾਲਸਾ ਜੀ, ਤੁਸੀਂ ਇੱਥੇ ਹੋ, ਸਵਾਗਤ ਹੈ। ਉਹ ਇਹ ਹੈ ਕਿ ਪੰਜ ਸਿੰਘਾਂ ਨੇ ਆਪਣੇ ਆਪ ਨੂੰ ਵਲੰਟੀਅਰ ਕੀਤਾ। ਗੋਬਿੰਦ ਰਾਏ ਨੇ ਇੱਕੋ ਹੀ ਡਿਮਾਂਡ ਕੀਤੀ ਸੀ ਕਿ ਉਹ ਆ ਜਾਓ ਅੱਗੇ,
ਜਿਹੜੇ ਧਰਮ ਦੀ ਖਾਤਰ ਆਉਣਾ ਚਾਹੁੰਦੇ ਆ ਔਰ ਉਹਨਾਂ ਨੂੰ ਅੰਮ੍ਰਿਤ ਛਕਾ ਕਰਕੇ ਖਾਲਸਾ ਪੰਥ ਦਾ 5 ਪਿਆਰਿਆਂ ਦਾ ਨਾਮ ਦਿੱਤਾ ਔਰ ਉਦੋਂ ਮਗਰੋਂ ਆਪ ਹੱਥ ਜੋੜ ਕੇ ਮੂਹਰੇ ਖੜ ਗਏ ਕਿ ਗੋਬਿੰਦ ਰਾਏ ਨੂੰ ਵੀ ਗੋਬਿੰਦ ਸਿੰਘ ਸਜਾ ਦਿਓ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਮੈਂ ਇਹ ਗੱਲ ਕਹਾਂਗਾ ਕਿ ਸਾਡੇ ਪ੍ਰਚਾਰਕ, ਸਾਡੇ ਜਿਹੜੇ ਕੀ ਇਹਨਾਂ ਗੁਰਦੁਆਰਾ ਕਮੇਟੀਆਂ ਦੇ ਚੁਣੇ ਹੋਏ ਨੁਮਾਇੰਦੇ, ਕੀ ਉਹ ਸਾਰੇ ਧਰਮਾਂ ਦਾ ਗਿਆਨ ਉਹਨਾਂ ਕੋਲ ਕਿੰਨੇ ਕੁ ਦੇ ਕੋਲ ਹੈ ਤੇ ਕੀ 5 ਪਿਆਰਿਆਂ ਦੀ ਜਿਹੜੀ ਸ਼ਕਲ ਹੈ ਕਿ ਕਿੰਨੇ ਕੁ ਗੁਰਦੁਆਰਾ ਸਾਹਿਬਾਨ ਦੀ ਹੈ। ਜੇ ਇਹ ਹੁੰਦੀ ਤਾਂ ਹੋਰ ਗੁਰਦੁਆਰੇ ਨਾ ਬਣਦੇ, ਸਾਂਝੇ ਗੁਰਦੁਆਰੇ ਰਹਿੰਦੇ। ਤੇ ਅਗਲੀ ਗੱਲ ਮੈਂ ਕਹਾਂਗਾ ਕਿ ਫਖਰੇ ਕੌਮ ਜਿਹੜਾ ਕਿ ਨਾਂ ਤਾਂ ਪਿੱਛੇ ਪ੍ਰਕਾਸ਼ ਸਿੰਘ ਲੱਗਦਾ ਲੇਕਿਨ ਧਰਮ ਦਾ ਆਸਰਾ ਲੈ ਕੇ ਜਿੰਨਾ ਪੰਥ ਦਾ ਨੁਕਸਾਨ ਕੀਤਾ, ਪੰਜਾਬੀ ਮਾਂ ਬੋਲੀ ਦਾ ਨੁਕਸਾਨ ਕੀਤਾ, ਉਹ ਕੋਈ ਗੱਲ ਲੁਕੀ ਹੋਈ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਹਿੱਸਾ ਕਿੰਨਾ ਤੇ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਸਿੱਖ ਅਸੂਲਾਂ ਦਾ ਕੁਛ ਵੀ ਸਮਝੋ ਬਈ ਉਹਨਾਂ ਦੀ ਸਿੱਖ ਅਸੂਲਾਂ ਦੀ ਰਾਖੀ ਨਹੀਂ ਕਰ ਰਹੀ। ਇੱਥੇ ਤੱਕ ਕਿ ਨਾਨਕਸ਼ਾਹੀ ਕੈਲੰਡਰ ਨੂੰ ਵੀ ਇੱਕ ਪਾਸੇ ਕਰ ਦਿੱਤਾ। ਤੇ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਜਿੰਨੀ ਚਲੋ ਭਗਵੰਤ ਮਾਨ ਦੇ ਨਾਲ ਤਾਂ ਸਿੰਘ ਨਹੀਂ ਲੱਗਦਾ, ਸਾਨੂੰ ਤਾਂ ਉਹਦੇ ਨਾਲ ਕੋਈ ਇਤਰਾਜ਼ ਹੀ ਨਹੀਂ, ਜੇ ਉਹ ਸਿੱਖ ਨਹੀਂ ਤਾਂ ਨਾ ਸਹੀ, ਤੇ ਚਲੋ ਸਿੱਖ ਹੋਊਗਾ ਸਿੰਘ ਨਹੀਂ। ਚਲੋ ਮੈਂ ਕੇਜਰੀਵਾਲ ਜਿੰਨਾ ਸੱਤਿਆਨਾਸ਼ ਪੰਜਾਬ ਦਾ ਕਰਕੇ ਜਾਊਗਾ, ਇਹ ਸਾਵਧਾਨ ਰਹਿਣਾ ਚਾਹੀਦਾ। ਡਾਕਟਰ ਸਾਹਿਬ ਨੇ ਬਿਲਕੁਲ ਸਹੀ ਗੱਲ ਕਹੀ ਹੈ ਔਰ ਇਹਨਾਂ ਦੀ ਇੱਕ ਗੱਲ 101% ਸਹੀ ਹੈ। ਸਾਨੂੰ ਇਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਕਿ ਕੋਈ ਗੁਰੂ ਦਾ ਸਿੱਖ ਜਿਹੜਾ ਉਹ ਨਿਮਕੀ ਨਾਲ ਚੱਲਦਾ, ਦੂਜਿਆਂ ਨੂੰ ਅਸੀਂ ਪਿਆਰ ਕਰਦੇ ਹਾਂ, ਚਾਹੇ ਹਿੰਦੂ ਹੋਵੇ, ਕ੍ਰਿਸਚੀਅਨ ਹੋਵੇ, ਦਲਿਤ ਹੋਵੇ, ਮੁਸਲਮਾਨ ਹੋਵੇ, ਕੋਈ ਹੋਵੇ। ਅਕਾਲੀ ਜਿਹੜਾ ਸਭ ਨੂੰ ਛਾਤੀ ਨਾਲ ਲਾਉਂਦਾ ਤੇ ਸਾਰਿਆਂ ਨੂੰ ਇਨਸਾਫ ਦਿੰਦਾ। ਇਹਦੇ ਬਾਰੇ ਕੀ ਖਿਆਲ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੀ? ਸਰਦਾਰ ਜਗਮੇਲ ਸਿੰਘ ਖਾਲਸਾ। ਠੀਕ ਹੈ, ਮੈਂ ਇਹਨਾਂ ਦੀ ਹਰ ਗੱਲ ਦੇ ਨਾਲ ਸਹਿਮਤ ਹਾਂ ਜੀ, ਬਹੁਤ ਸਹੀ ਕਿਹਾ ਇਹਨਾਂ ਨੇ ਜੀ। ਹਾਂਜੀ, ਲਾਸਟ ਕਾਲਰ ਨੇ ਸਰਦਾਰ ਗੁਰਦਰਸ਼ਨ ਸਿੰਘ ਜੀ। ਕੀ ਸਵਾਲ ਹੈ ਜੀ ਡਾਕਟਰ ਗੁਰਦਰਸ਼ਨ ਸਿੰਘ ਉਹਨਾਂ ਨੂੰ? ਸਰਦਾਰ ਗੁਰਦਰਸ਼ਨ ਸਿੰਘ ਜੀ। ਅਜੀਤ ਸਿੰਘ ਜੀ, ਤੁਹਾਨੂੰ ਤੇ ਡਾਕਟਰ ਸਾਹਿਬ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿਣ ਤੋਂ ਪਹਿਲਾਂ ਮੈਂ ਤੁਹਾਨੂੰ ਦਾਤ ਦੇਣੀ ਚਾਹੁੰਦਾ। ਇਹੋ ਜਿਹੇ ਜਿਹੜੇ ਸਾਡੀ ਕੌਮ ਦੇ, ਮੈਂ ਤਾਂ ਹੀਰਾ ਕਹਿ ਸਕਦਾ ਹੈਗਾ, ਇਦੋਂ ਮੇਰੀ ਜਿੰਨੀ ਕੁ ਸੋਝੀ ਆ, ਉਹਨਾਂ ਲੋਕਾਂ ਨੂੰ ਮੰਚ ਤੇ ਲੈ ਕੇ ਆ ਸਕਦੇ ਤਾਂ ਕਿ ਸੁਣ ਸਕੋ ਸੱਚਾਈ ਕੀ ਆ। ਕਿਉਂਕਿ ਸਾਡੇ ਜਿਹੜੇ ਸਿੱਖ ਅਦਾਰੇ ਆ ਇਹੋ ਜਿਹੇ ਲੋਕਾਂ ਲਈ ਬੰਦ ਹੋ ਚੁੱਕੇ ਨੇ। ਮੈਂ 2 ਸਵਾਲ ਕਰਨੇ ਚਾਹੁੰਦਾ। ਇੱਕ, ਅਸੀਂ ਲੋਕ ਜਦੋਂ ਤੋਂ 70 ਤੋਂ ਬਾਅਦ ਸਾਡੀ ਗਿਰਾਵਟ ਦਾ ਜਿਹੜਾ ਗ੍ਰਾਫ ਆ ਜਿਹੜਾ ਉਹ ਥੱਲੇ ਨੂੰ ਟਿਕਣਾ ਸ਼ੁਰੂ ਹੋ ਗਿਆ। ਸਾਡੀ ਕੌਮ ਦੇ ਕੋਲੇ ਕੋਈ ਵੀ, ਅਸੀਂ ਉਸ ਨੂੰ ਐਨਾਲਿਸਿਸ ਕਰਨਾ, ਉਸ ਨੂੰ ਉਹਦੀ ਭੋਖ ਪੜਤਾਲ ਕਰਨੀ, ਇੱਥੇ ਕਿੱਥੇ ਗਲਤੀਆਂ ਹੋਈਆਂ ਕਿ ਅਸੀਂ ਵੀ ਜ਼ਿੰਮੇਵਾਰ ਹਾਂ। ਸਾਡੇ ਕੋਲੇ ਇੱਕੋ ਹੀ ਮਾਟੋ ਅੱਜ ਹੈ, ਅਸੀਂ ਦੂਜਿਆਂ ਤੇ ਨੁਕਸ ਕੱਢਣੇ, ਆਪਣੇ ਵੱਲ ਦੇਖਣਾ ਕੋਈ। ਸਾਡੇ ਅੱਜ ਜਿਹੜੇ ਧਾਰਮਿਕ ਅਦਾਰੇ ਆ ਜਿਹੜੇ ਗੁਰਬਾਣੀ ਦੀ ਗੱਲ ਕਰਦੇ ਆ, ਜਿਹੜੇ ਗੁਰੂ ਦੀ ਗੱਲ ਕਰਦੇ ਆ, ਗੁਰੂ ਸਿਧਾਂਤਾਂ ਦੀ ਗੱਲ ਕਰਦੇ ਆ, ਉਹਨਾਂ ਲਈ ਇੱਕ ਤਰ੍ਹਾਂ ਦੇ ਨਾਲ ਉਹ ਡੀਵਾਰ ਹੋ ਚੁੱਕੇ ਨੇ। ਇਹ ਗੁਰੂ ਦੇ ਗੁਰਦੁਆਰੇ ਹੈ। ਮੈਂ ਤੁਸੀਂ ਕੀ ਸਮਝਦੇ ਆ? ਅੱਜ ਇਹ ਗੁਰੂ ਦੀ ਉਸ ਗੁਰਬਾਣੀ ਦੀ ਆਸਾ ਦੇ ਅਨੁਸਾਰ ਸਿੱਖੀ ਦਾ ਪ੍ਰਚਾਰ ਕਰਦੇ ਨੇ। ਦੂਜਾ ਸਵਾਲ ਮੇਰਾ ਜਿਹੜਾ ਹੈ, ਮੈਂ ਬੜੀ ਦਫਾ ਸੁਣਿਆ, ਮੈਂ ਆਪ ਵੀ ਇਹ ਕਿਹਾ ਸੀ, ਜਿਹੜਾ ਪਹਿਲੀ ਇੱਥੇ ਮੀਟਿੰਗ ਦੇ ਵਿੱਚ ਕੈਨੇਡਾ ਦੀ ਧਰਤੀ ਦੇ ਉੱਤੇ, ਜਿਹੜਾ ਕੇਜਰੀਵਾਲ ਆ ਇਹਦੇ ਤੇ ਵਿਸ਼ਵਾਸ ਨਾ ਕਰੋ, ਉਹ ਬੀਜੇਪੀ ਦਾ ਵਿਗੜਿਆ ਹੋਇਆ ਰੂਪ ਆ। ਕਿਉਂਕਿ ਇਸ ਗੱਲ ਦੀ ਕਿੰਨੀ ਸੱਚਾਈ ਹੈ ਡਾਕਟਰ ਸਾਹਿਬ ਦੱਸਣਾ ਕਿ ਕੇਜਰੀਵਾਲ ਦਾ ਐਡਵਾਈਜ਼ਰ ਅਜੀਤ ਡੱਬਾਲ ਆ, ਜਿਹੜਾ ਇਸ ਵੇਲੇ ਸਿਕਿਉਰਿਟੀ ਐਡਵਾਈਜ਼ਰ ਆ, ਉਸ ਨੇ ਇਸ ਤੋਂ ਅਸਤੀਫਾ ਦਵਾਇਆ। ਉਸ ਨੇ 4 ਦਿਸ਼ਾਵਾਂ ਨੂੰ ਵੱਖੋ ਵੱਖਰੇ ਜਾਣ ਵਾਲੇ ਲੋਕਾਂ ਨੂੰ ਸਟੇਜ ਤੇ ਇਕੱਠਾ ਕੀਤਾ, ਤਿੰਨਾਂ ਨੂੰ ਤੋੜ ਦਿੱਤਾ ਤੇ ਕੇਜਰੀਵਾਲ ਰੱਖ ਲਿਆ। ਸਾਰੀਆਂ ਸੀਟਾਂ ਪਾਰਲੀਮੈਂਟ ਦੀਆਂ ਬੀਜੇਪੀ ਜਿੱਤ ਜਾਂਦੀ ਹੈ ਤੇ ਮਗਰੋਂ ਸਾਰੀਆਂ ਕੇਜਰੀਵਾਲ ਜਿੱਤ ਜਾਂਦਾ। ਤੇ ਪਿੱਛੇ ਕੋਈ ਰਾਜ ਹੈ? ਕੀ ਇਹ ਸੱਚਾਈ ਹੈ? ਬਈ ਇਹਨੂੰ ਲਿਆਉਣ ਵਾਲਾ ਕੌਣ ਹੈ? ਇਹਦੇ ਪਿੱਛੇ ਤਾਕਤ ਕੌਣ ਹੈਗੀ ਆ?
ਬਾਕੀ ਜਿੱਥੋਂ ਤੱਕ ਪੰਜਾਬ ਦੀ ਗੱਲ ਆ, ਪੰਜਾਬ ਇੱਕ ਨਵੇਂ ਪੈਸੇ ਦਾ ਵੀ ਕੇਜਰੀਵਾਲ ਤੋਂ ਪੰਜਾਬ ਨੂੰ ਪੈਸਾ ਨਹੀਂ ਹੁੰਦਾ। ਇਹ ਟੂਲ ਬਣਾ ਕੇ ਪੰਜਾਬ ਨੂੰ ਵਰਤਣਾ, ਇਹਦਾ ਕੋਈ ਪੰਜਾਬ ਦੇ ਬਹੁਤ ਧੰਨਵਾਦ ਜੀ ਉਹਦੇ ਨਾਲ ਇਹਦਾ ਕੋਈ ਵੀ ਤਾਲੁਕਾਤ ਨਹੀਂ ਹੈਗਾ। ਕਿਹੜੀ ਹਾਂਜੀ ਡਾਕਟਰ ਸਾਹਿਬ ਜਿਹੜਾ ਮੇਨ ਕੁਐਸਚਨ ਦਿੰਦਾ ਇਹੀ ਹੈ ਕਿ ਤਾਕਤ ਹੈ ਜਿਹੜਾ ਕੇਜਰੀਵਾਲ ਨੂੰ ਚਲਾ ਰਹੀ ਹੈ। ਅਖੀਰ ਦੇ ਸਾਰੀ ਗੱਲਬਾਤ ਇਹਨਾਂ ਨੇ ਸੁਣੀ ਹੈ, ਪੂਰੇ 3 ਮਿੰਟ ਨੇ ਸਾਰੀ ਗੱਲਬਾਤ ਸਮਾਪਤ ਕਰੀਏ ਜੀ, ਕੀ ਕਹਿਣਾ ਚਾਹੋਗੇ? ਮੈਂ ਤੁਹਾਨੂੰ ਇੱਕ ਗੱਲ ਅੰਦਰਲੀ ਦੱਸਣ ਲੱਗਿਆ, ਸਰਦਾਰ ਸਾਹਿਬ ਨੂੰ ਸੁਣ ਲੈਣ ਧਿਆਨ ਨਾਲ। ਇਹ ਬੰਦਾ ਜਿਹੜਾ ਹੈਗਾ ਇੱਕ ਵਿਵੇਕਾਨੰਦ ਇੰਸਟੀਚਿਊਟ ਆ ਇੱਥੇ ਇੰਡੀਆ ਦੇ ਵਿੱਚ, ਵਿਵੇਕਾਨੰਦ ਇੰਸਟੀਚਿਊਟ ਆ, ਉਹ ਬਹੁਤ ਹਾਰਡ ਹਿੰਦੂਇਜ਼ਮ ਪ੍ਰੋਡਿਊਸ ਕਰਦਾ, ਜਿਹੜੇ RSS ਨਾਲੋਂ ਵੀ ਕਈ ਸਟੈਪ ਅੱਗੇ ਆ। ਇਹ ਆਦਮੀ ਕੇਜਰੀਵਾਲ ਜਿਹੜਾ ਹੈਗਾ ਉੱਥੋਂ ਦਾ ਟ੍ਰੇਨਡ ਆਦਮੀ ਆ, ਵਿਵੇਕਾਨੰਦ ਇੰਸਟੀਚਿਊਟ ਦਾ ਟ੍ਰੇਨਡ ਹਾਰਡ ਹਿੰਦੂ ਤਵਾ ਦਾ ਬੰਦਾ। ਇਹ ਜਿਹੜਾ RSS ਆ ਉਹ ਤਾਂ ਵਿਜ਼ੀਬਲ ਆ ਨਾ, ਦਿਖਦਾ ਸਾਹਮਣੇ, ਉਹ ਓਪਨ ਆ ਜੋ ਵੀ ਕੁਛ ਹੈਗੇ ਆ, ਲੇਕਿਨ ਜਿਹੜਾ ਵਿਵੇਕਾਨੰਦ ਇੰਸਟੀਚਿਊਸ਼ਨ ਆ ਉਹ ਹਿਡਨ ਹੈ, ਉਹ ਵਿਜ਼ੀਬਲ ਨਹੀਂ ਹੈ, ਉਹ ਇਨਵਿਜ਼ੀਬਲ ਆ। ਇਸ ਬੰਦੇ ਨੇ ਉੱਥੋਂ ਟ੍ਰੇਨਿੰਗ ਲਈ ਹੋਈ ਆ ਸਰਦਾਰ ਕੁਲਦੀਪ ਸਿੰਘ ਜੀ। ਉਹੀ ਚੀਜ਼ ਜਿਹੜਾ ਇੰਡੀਆ ਦਾ ਸਿਕਿਉਰਿਟੀ ਐਡਵਾਈਜ਼ਰ ਆ ਡੋਵਲ, ਉਹ ਵੀ ਉੱਥੇ ਦਾ ਹੀ ਟ੍ਰੇਨਡ ਬੰਦਾ ਹੈਗਾ। ਤੋ ਮੇਰਾ ਮਤਲਬ ਕਹਿਣ ਦਾ ਇਹ ਆ, ਮੈਂ ਤੁਹਾਨੂੰ ਮਿਸਾਲ ਦੇ ਕੇ ਦੱਸ ਰਿਹਾ, ਅੰਦਰੂਨੀ ਗੱਲ ਦੱਸ ਰਿਹਾ। ਤੋ ਸਿੱਖਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਆ ਇਸ ਬੰਦੇ ਤੋਂ। RSS ਤੋਂ ਬਹੁਤਾ ਡਰਨ ਦੀ ਜ਼ਰੂਰਤ ਨਹੀਂ, ਕਿਉਂਕਿ ਉਹ ਤਾਂ ਓਪਨ ਬੁੱਕ ਆ, ਓਪਨ ਬੁੱਕ। ਇਹ ਜਿਹੜੀ ਇਹ ਬੰਦਾ ਜਿੱਥੋਂ ਟ੍ਰੇਨਡ ਆ ਉਹ ਕਲੋਜ਼ਡ ਬੁੱਕ ਹੈਗੀ ਆ, ਉਹ ਅੰਦਰੂਨੀ ਤੌਰ ਦੇ ਉੱਤੇ ਬਹੁਤ ਘਾਤਕ ਚੀਜ਼ ਆ ਜਿੱਥੋਂ ਇਹਨੇ ਟ੍ਰੇਨਿੰਗ ਲਈ ਹੋਈ ਹੈ। ਤੋ ਉਸ ਤੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਕਿਸ ਤਰੀਕੇ ਦੇ ਨਾਲ ਭੁੱਲਰ ਸਾਹਿਬ ਦੇ ਇਸ਼ੂ ਦੇ ਉੱਤੇ ਜ਼ਬਾਨ ਨਹੀਂ ਖੋਲੀ ਇਸ ਬੰਦੇ ਨੇ ਅੱਜ ਤੱਕ, ਸਮਝੇ ਕਿ ਨਹੀਂ? ਇਸੇ ਤਰੀਕੇ ਨਾਲ ਆਹ ਜਿਹੜੀ ਕੁੜੀ ਵਿਚਾਰੀ ਉੱਥੇ ਗੁਜਰਾਤ ਦੇ ਵਿੱਚ ਜਿਸ ਦੇ ਨਾਲ ਕਿੱਡੀ ਵੱਡੀ ਜ਼ਿਆਦਤੀ ਹੋਈ ਹੈ, ਹਰ ਇੱਕ ਜਿਹੜਾ ਇਨਸਾਨ ਆ ਦੁਨੀਆ ਦੇ ਵਿੱਚ ਬੈਠਾ ਹੋਇਆ ਉਸ ਦਾ ਦੁੱਖ ਦੇਖ ਕੇ ਜ਼ਰੂਰ ਉਸ ਦੀ ਜ਼ਬਾਨ ਖੁੱਲੇਗੀ ਜੇ ਉਸ ਦੇ ਵਿੱਚ ਇਨਸਾਨੀਅਤ ਹੈ। ਇਸ ਬੰਦੇ ਨੇ ਨਾ ਤਾਂ ਆਪਣਾ ਮੂੰਹ ਖੋਲਿਆ ਨਾ ਕਿਸੇ ਦਾ ਖੁੱਲਣ ਦਿੱਤਾ, ਇੰਨਾ ਇਹਦਾ ਸਟਰੋਂਗ ਕੰਟਰੋਲ ਹੈ, ਇਸ ਦੀ ਇਤਨੀ ਸਟਰੋਂਗ ਹੈਜਮਨੀ ਹੈ ਕਿ ਕੋਈ ਬੰਦਾ ਇਸ ਦੀ ਪਾਰਟੀ ਦੇ ਵਿੱਚੋਂ ਮੂੰਹ ਨਹੀਂ ਖੋਲ ਸਕਦਾ, ਸਮਝੇ ਕਿ ਨਹੀਂ? ਤੋ ਇਸ ਬੰਦੇ ਦੀ ਜਿਹੜੀ ਟ੍ਰੇਨਿੰਗ ਹੈ ਉਹ ਬੜੀ ਘਾਤਕ ਟ੍ਰੇਨਿੰਗ ਆ, ਬੜੀ ਡੇਂਜਰਸ ਟ੍ਰੇਨਿੰਗ ਆ। ਆਹੀ ਮੇਰੇ ਕੋਲ ਕਿਤਾਬ ਆ ਜਿਸ ਦੇ ਵਿੱਚ ਉਹ ਇਸ ਨੂੰ ਜਿਹੜਾ ਆਥਰ ਆ, ਬੜਾ ਨੋਨ ਆਥਰ ਆ, ਹਿੰਦੂ ਆਥਰ ਆ, ਉਹ ਇਸ ਨੂੰ ਮੁਸੋਲਿਨੀ ਦੇ ਨਾਲ ਕੰਪੇਅਰ ਕਰ ਰਿਹਾ, ਉਹ ਇਸ ਨੂੰ ਮੁਸੋਲਿਨੀ ਦੇ ਨਾਲ ਕੰਪੇਅਰ ਕਰ ਰਿਹਾ। ਜੇ ਕਹੋ ਤਾਂ ਮੈਂ ਤੁਹਾਨੂੰ ਉਹਦੀ ਕੋਟੇਸ਼ਨ ਵੀ ਦਿਖਾ ਦਿੰਦਾ ਕੱਢ ਕੇ। ਤੋ ਮੇਰਾ ਮਤਲਬ ਕਹਿਣ ਦਾ ਇਹ ਆ, ਜਿਹੜੇ ਸੂਝਵਾਨ ਸਿਆਣੇ ਗਿਆਨਵਾਨ ਹਿੰਦੂ ਵੀ ਆ ਉਹ ਵੀ ਇਹਦੀ ਜਿਹੜੀ ਕਰਤੂਤ ਆ ਉਸ ਨੂੰ ਸਮਝਦੇ ਆ। ਤੋ ਇਸ ਦਾ ਪੰਜਾਬ ਦੇ ਸਾਧਨਾਂ ਨੂੰ, ਪੰਜਾਬ ਦੇ ਰਿਸੋਰਸਿਸ ਨੂੰ, ਪੰਜਾਬ ਦੀ ਬੇਵਕੂਫ ਮੈਨ ਪਾਵਰ ਨੂੰ ਇਸਤੇਮਾਲ ਕਰਕੇ ਇਹ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦਾ ਹਿੰਦੁਸਤਾਨ ਦਾ। ਪੰਜਾਬ ਦੇ ਸਾਧਨ ਲੱਗ ਰਹੇ ਆ। ਜੇ ਗੁਜਰਾਤ ਦੇ ਵਿੱਚ ਕੋਈ ਰੈਲੀ ਹੁੰਦੀ ਆ, ਭਗਵੰਤ ਮਾਨ ਜਾਂਦਾ, ਪੰਜਾਬ ਦਾ ਕਰੋੜਾਂ ਰੁਪਈਆ ਖਰਚ ਹੋ ਜਾਂਦਾ। ਹਿਮਾਚਲ ਦੇ ਵਿੱਚ ਇਹਨੂੰ ਲੈ ਕੇ ਜਾਂਦਾ, ਸਾਰਾ ਕੰਮ ਸਾਰਾ ਖਰਚਾ ਪੰਜਾਬ ਦੇ ਉੱਤੇ ਪੈਂਦਾ। ਔਰ ਪੰਜਾਬ ਕਰਜ਼ਈ ਆ। ਪੰਜਾਬ ਇੱਕ ਸਟੈਪਿੰਗ ਸਟੋਨ ਬਣ ਗਿਆ ਫॉर केजरीवाल टू become the prime minister of this country. Once he becomes the prime minister of this country, he will destroy this whole country and especially the minorities in no time. ਜੀ ਡਾਕਟਰ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ, ਤੁਸੀਂ ਸਮਾਂ ਕੱਢਿਆ, ਖੁੱਲ ਕੇ ਨਿਡਰ ਹੋ ਕੇ ਦਲੇਰੀ ਦੇ ਨਾਲ ਗੱਲਾਂ ਕੀਤੀਆਂ ਨੇ। ਚੜ੍ਹਦੀ ਕਲਾ ਚ ਰਹੋ, ਜਲਦੀ ਤੁਹਾਡੇ ਨਾਲ ਸੰਪਰਕ ਬਣਾਵਾਂਗੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਗੁਰਦਰਸ਼ਨ ਸਿੰਘ ਬਹੁਤ ਵਿਸਤਾਰ ਦੇ ਵਿੱਚ ਇੱਕ ਗੱਲ ਉਹਨਾਂ ਨੇ ਦੱਸੀ ਹੈ। ਇਹ ਕੋਈ ਜ਼ਰੂਰੀ ਨਹੀਂ ਕਿ ਮੇਰਾ ਮੰਚ ਦਾ ਜਾਂ ਤੁਹਾਡਾ ਇਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ। ਵਿਚਾਰ ਤੁਹਾਡੇ ਆਪਣੇ ਨੇ। ਇੱਕ ਮੰਚ ਹੈ, ਪਲੇਟਫਾਰਮ ਹੈ ਜਿਹੜਾ ਤੁਹਾਡੇ ਲਈ ਮੁਹੱਈਆ ਕਰਵਾਇਆ। ਸਾਡਾ ਯਤਨ ਸੀ
ਕਿ ਵੱਧ ਤੋਂ ਵੱਧ ਜਿਹੜੀ ਗੱਲਬਾਤ ਹੈ ਇਹਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਜਾਵੇ। ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਪੈਮਾਨ ਆਨ, ਨਾ ਕਿਸੇ ਨੂੰ ਡਰਾਉਣਾ ਹੈ ਨਾ ਹੀ ਕਿਸੇ ਤੋਂ ਡਰਨਾ ਹੈ। ਜਿਹੜਾ ਸੱਚ ਹੈ ਉਹ ਦੁਨੀਆ ਦੇ ਸਾਹਮਣੇ ਲਿਆ ਕੇ ਰੱਖਣ ਦਾ ਉਪਰਾਲਾ ਇਹਨਾਂ ਪ੍ਰੋਗਰਾਮਾਂ ਰਾਹੀਂ ਅਸੀਂ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ, ਸਪਾਂਸਰਸ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਕਰਕੇ ਪ੍ਰੋਗਰਾਮ ਤੁਹਾਡੇ ਕੋਲ ਅੱਪੜ ਰਿਹਾ। 604 961 6474 ਇਹਨਾਂ ਦਾ ਨੰਬਰ ਹੈ। ਲਾਈਟਾਂ ਦੇ ਬਾਦਸ਼ਾਹ ਨੇ ਬਿੱਲਾ ਸਿੰਘ ਹੁਣੀ, king of lights.com।